Eric ਇਹਨੇ ਤੇ ਰਿਫਲੈਕਸ਼ਨ ਕਰਨਗੇ ਐਂਡ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਪਣੇ ਕਮੈਂਟਸ ਆਪਣੇ ਕੁਐਸਚਨਸ ਸਾਡੇ ਨਾਲ ਕਮੈਂਟ ਬਾਕਸ ਵਿੱਚ ਸ਼ੇਅਰ ਕਰੋ ਸੋ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਅੱਜ ਦੀ ਦੁਆ ਵਿੱਚ ਲੀਡ ਕਰਨ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੇਰੀਆਂ ਦਿੱਤੀਆਂ तमाम ਨੇਮਤਾਂ ਤੇ ਬਰਕਤਾਂ ਦੇ ਲਈ ਸਭ ਤੋਂ ਵੱਡੀ ਬਰਕਤ ਖੁਦਾਵੰਦ ਸਾਨੂੰ ਤੂੰ ਨੇ ਤੰਦਰੁਸਤੀ ਦਿੱਤੀ ਤੇ ਇਹ ਜ਼ਿੰਦਗੀ 'ਚ ਮੌਕਾ ਦਿੱਤਾ ਕਿ ਅਸੀਂ ਤੇਰੇ ਖਾਦਮ ਤੋਂ ਅੱਜ ਜੋ ਜ਼ਬੂਰ 45 ਹੈ ਉਸ ਨੂੰ ਸੁਣੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਣ ਤੂੰ ਖੁਦਾਵੰਦਾ ਸਾਡੇ ਸਭ ਦੇ ਨਾਲ ਹੋ ਸਭ ਨੂੰ ਤੰਦਰੁਸਤੀ ਤੇ ਜ਼ਿੰਦਗੀ ਦੇ ਖੁਦਾਵੰਦਾ ਖਾਸ ਤੌਰ ਤੇ ਤੇਰੇ ਖਾਦਮ ਲਈ ਦੁਆ ਕਰਦੇ ਹਾਂ ਖੁਦਾਵੰਦੋ ਜੋ ਕੁਛ ਵੀ ਅੱਜ ਉਹ ਬੋਲਣ ਉਹ ਤੇਰੀ ਵੱਲੋਂ ਹੋਵੇ ਤੇ ਖੁਦਾਵੰਦ ਸੁਣਨ ਵਾਲੇ ਉਸ ਤੋਂ ਬਰਕਤ ਪਾਉਣ ਵਾਲੇ ਹੋਣ ਇਹ ਸਭ ਕੁਛ ਮੰਗਦੇ ਤੇਰੇ ਬੇਟੇ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਲਹੂ ਚ ਸੁਣ ਤੇ ਕਬੂਲ ਕਰ ਆਮੀਨ ਆਮੀਨ ਥੈਂਕ ਯੂ ਅੰਕਲ ਜੋਸ਼ੂਆ ਆਓ ਹੁਣ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਸਿਸਟਰ ਜੋਤੀ ਐਂਡ ਅੰਕਲ ਜੋਸ਼ੂਆ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਆਨਲਾਈਨ ਹਨ ਸਾਰਿਆਂ ਨੂੰ ਜੈ ਮਸੀਹ ਦੀ ਔਰ ਫਿਰ ਅਸੀਂ ਕਹਿੰਦੇ ਹਾਂ ਅੱਜ ਦੇ ਦਿਨ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਜ਼ਬੂਰ ਭਾਗ ਦੂਸਰਾ ਸ਼ੁਰੂ ਕੀਤਾ ਹੈ ਅੱਜ ਅਸੀਂ ਉਸ ਦੇ ਵਿੱਚ ਜ਼ਬੂਰ 45 ਪੜਾਂਗੇ ਜਿਸ ਦਾ ਮੇਨ ਹੈ ਕਿ ਸ਼ਾਹੀ ਪ੍ਰੇਮ ਗੀਤ ਹੈ ਇਹ ਔਰ ਸੰਗੀਤ ਦਲ ਦੇ ਆਗੂ ਲਈ ਸੁਸਮ ਦੇ ਰਾਗ ਅਨੁਸਾਰ ਕੋਰਾ ਦੀ ਸਤਾਨ ਦਾ ਗੀਤ ਹੈ ਅਸੀਂ ਇਸ ਦੀ ਪਹਿਲੀ ਆਇਤ ਪੜਾਂਗੇ ਮੇਰੇ ਮਨ ਵਿੱਚ ਸੁੰਦਰ ਵਿਚਾਰ ਉੱਠ ਰਹੇ ਹਨ ਮੈਂ ਰਾਜਾ ਦੇ ਲਈ ਗਾਵਾਂਗਾ ਮੇਰੇ ਬੋਲ ਇੱਕ ਕਵੀ ਦੇ ਹਨ ਜੋ ਨਿਕਲਣ ਲਈ ਤਿਆਰ ਹਨ ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈ ਤੇਰੀਆਂ ਬੁੱਲਾਂ ਵਿੱਚ ਦਇਆ ਡੋਲੀ ਜਾਂਦੀ ਹੈ ਇਸ ਲਈ ਪਰਮੇਸ਼ਵਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ ਹੇ ਸੂਰਬੀਰ ਤੂੰ ਆਪਣੀ ਤਲਵਾਰ ਲੱਕ ਨਾਲ ਬੰਨ ਇਹ ਤੇਰਾ ਤੇਜ ਅਤੇ ਸ਼ਾਨ ਹੈ ਅਤੇ ਆਪਣੇ ਉਪਮਾਨ ਨਾਲ ਸੱਚਾਈ ਅਤੇ ਕੋਮਲਤਾਈ ਅਤੇ ਧਰਮ ਦੇ ਨਿਮਿਤ ਅਸਵਾਰ ਹੋ ਕੇ ਸਫਲ ਹੋ ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਾਵੇਗਾ ਤੇਰੇ ਤੀਰ ਬਹੁਤ ਤਿੱਖੇ ਹਨ ਜੋ ਤੇਰੇ ਵਿਰੋਧੀ ਰਾਜਾਂ ਦੇ ਦਿਲਾਂ ਨੂੰ ਬਿੰਨ ਦਿੰਦੇ ਹਨ ਅਤੇ ਲੋਕ ਤੇਰੇ ਪੈਰਾਂ ਹੇਠ ਡਿੱਗ ਪੈਂਦੇ ਹਨ ਤੇਰਾ ਸਿੰਘਾਸਨ ਪਰਮੇਸ਼ਰ ਵੱਲੋਂ ਸਦਾ ਤੀਕ ਹੈ ਤੇਰੇ ਰਾਜ ਦਾ ਆਸਾ ਸਿਧਾਈ ਦਾ ਆਸਾ ਹੈ ਤੂੰ ਸਚਾਈ ਨੂੰ ਪਿਆਰ ਕੀਤਾ ਅਤੇ ਦੁਸ਼ਟਾਂ ਨੂੰ ਘਿਰਨਾ ਇਸ ਲਈ ਤੇਰੇ ਪਰਮੇਸ਼ਵਰ ਨੇ ਤੈਨੂੰ ਤੇਰੇ ਭਰਾਵਾਂ ਵਿੱਚੋਂ ਚੁਣ ਲਿਆ ਅਤੇ ਤੇਰਾ ਆਨੰਦ ਦੇ ਤੇਲ ਨਾਲ ਅਭਿਸ਼ੇਕ ਕੀਤਾ ਹੈ ਤੇਰੇ ਸਾਰੇ ਬਸਤਰ ਤੋਂ ਮੁਰ ਅਗਰ ਅਤੇ ਤਜ ਦੀ ਵਾਸਨਾ ਆਉਂਦੀ ਹੈ ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਆਨੰਦ ਕੀਤਾ ਹੈ ਤੇਰੀਆਂ ਰਾਣੀਆਂ ਵਿੱਚ ਰਾਜਪੁੱਤਰੀਆਂ ਵੀ ਹਨ ਤੇਰੇ ਸੱਜੇ ਹੱਥ ਤੇਰੀ ਮਹਾਰਾਣੀ ਕੀਮਤੀ ਸੋਨੇ ਦੇ ਸ਼ਿੰਗਾਰਾਂ ਨਾਲ ਸਜੀ ਖੜੀ ਹੈ ਧੀਏ ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਈਂ ਤਦ ਰਾਜਾ ਤੇਰੇ ਰੂਪ ਨੂੰ ਚਾਹੇਗਾ ਉਹ ਤੇਰਾ ਮਾਲਕ ਹੈ ਤੂੰ ਉਸ ਨੂੰ ਮੱਥਾ ਟੇਕ ਅਤੇ ਸੁਰ ਦੀ ਧੀ ਭੇਂਟ ਨਾਲ ਹਾਜ਼ਰ ਹੋਵੇਗੀ ਲੋਕਾਂ ਦੇ ਧਨਵਾਨ ਤੇਰੀ ਕਿਰਪਾ ਲਈ ਬੇਨਤੀ ਕਰਨਗੇ ਰਾਜਪੁੱਤਰੀ ਆਪਣੇ ਮਹਿਲਾਂ ਅੰਦਰ ਸੁੰਦਰਤਾ ਦੀ ਮੂਰਤ ਹੈ ਉਸ ਦਾ ਪਹਿਰਾਵਾ ਸੁਨਹਿਰੀ ਕਸੀਦੇ ਨਾਲ ਸਜਿਆ ਹੈ ਬੂਟੇ ਕੱਢੇ ਹੋਵੇ ਪਹਿਰਾਵੇ ਪਹਿਨੀ ਉਸ ਪਾਤਸ਼ਾਹ ਕੋਲ ਪਹੁੰਚਾਈ ਜਾਵੇਗੀ ਉਸ ਦੀਆਂ ਕੁਆਰੀਆਂ ਸਹੇਲੀਆਂ ਉਸ ਦੇ ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ ਆਨੰਦ ਅਤੇ ਖੁਸ਼ੀ ਨਾਲ ਉਹ ਲਿਆਈਆਂ ਜਾਣਗੀਆਂ ਤਦ ਉਹ ਰਾਜੇ ਦੇ ਮਹਿਲ ਅੰਦਰ ਜਾਣਗੀਆਂ ਤੇਰੇ ਪਿੱਤਰਾਂ ਦੇ ਥਾਂ ਤੇਰੇ ਪੁੱਤਰ ਹੋਣਗੇ ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ ਮੈਂ ਪੀੜ੍ਹੀਓਂ ਪੀੜ੍ਹੀ ਤੇਰਾ ਨਾਂ ਸਿਮਰਨ ਕਰਾਂਗਾ ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ ਪ੍ਰਭੂ ਦੇ ਬਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਹੋਵੇ ਆਮੀਨ 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 Thank you, scripture reading ਲਈ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਨਾਲ ਕਲਾਮ ਦੇ ਰਿਫਲੈਕਸ਼ਨ ਐਂਡ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ
बहुत बहुत शुक्रिया और वंस अगेन वेलकम क्रिस्टीना आज साडी नवी मैंबर सानू ज्वाइन कीता वे और क्रिस्टीना सिस्टर ज्योति दी बेटी है और ਅਸੀਂ ਸ਼ੁਕਰਗੁਜ਼ਾਰ ਹਾਂ ਖੁਦਾਵੰਦ ਦੇ ਕਿ ਖੁਦਾਵੰਦ ਨੇ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਖਿਦਮਤ ਲਈ ਔਰ ਆਪਣੇ ਆਪਣੇ ਨਿਯਮਤਾਂ ਤੋੜਿਆਂ ਦੇ ਨਾਲ ਸਾਨੂੰ ਇਕੱਠਿਆਂ ਕੀਤਾ ਵੇ ਸੋ ਮੇਰੇ ਅਜ਼ੀਜ਼ੋ ਜਿਵੇਂ ਅਸੀਂ ਅੱਜ ਵੀ ਅਸੀਂ ਜਿਹੜੇ ਆ मौजूद हाँ ताकि असी जबूर नंबर 45 जिहड़ा वे असी उहदे ते गौर करिए जिवें असी पहलां भी जिक्र कर चुके हाँ कि जबूर नंबर 42 तो लैके 72 तक जबूरां दी किताब दा दूसरा हिस्सा वे दूसरे सैक्शन दे विच जिहड़ा सैक्शन इहदे विच उस सैक्शन दी अगों डिवीजन है और डिवीजन इंज है कि जिहड़े पहले तीन जबूर असां पढ़े ने 42 43 ते 44 वो तिन्ने ही लैमेंट ने नोहा वे इसराइल दी गुलामी दा हैकल तो दूरी दा कुर्बानियां ईदा कुछ भी नहीं है सब कुछ खत्म हो गया वे लेकिन जबूर नंबर 45 जेड़ा वे इट इज जस्ट लाइक जिवें दे जिक्र होना ड्रेस दा ऐसी चादर जेड़ी जिदे विच जेड़ा गोल्डन कलर है गोल्डन थ्रेड जेड़ा वे ओ उस मोजाइक दे विच बड़ा क्लियर नजर आउंदा है लश्कारे मारदा होए ना जेड़ा कि एक बिल्कुल प्लेन कपड़ा होए और ओदे विचों एक गोल्डन थ्रेड गुजरदा होए इट्स जस्ट लाइक दिस क्रिम्सन कलर और ग्लिटरिंग सो जेड़ा ज़बूर नंबर 45 है वो बिल्कुल इंज है कि इस मातमी सैक्शन दे विच एक रॉयल वेडिंग साम जेड़ा वे जिवें असां हिंदी च पढ़िया वे प्रेम गीत वाह वाह मैं सुनना वा ना जो पंजाबी जेड़े तुसीं पढ़दे हो अंकल जोशुआ भी ते सिस्टर ज्योति भी मैनूं इंज लगदा मैं कोई हिंदी फिल्म दे डायलॉग सुनन डिया वां मतलब इंज दी मतलब जेड़ी शायरी है जेड़ी ओदे फ्लो वे जेड़ी इमेजिनेशन है जेड़े लफ्ज उन्हां यूज कीते ने जेड़ा उन्हां ज़बूरां दा तर्जमा ज़ाहिर इट्स अ पोइट्री ठीक है ना और पोइट्री असी जिन्ने ऑरल लिटरेट कल्चर दे विचों इंडिया तो पाकिस्तान तो और जिथे शायरी सानू सारां नूं बड़ा फैसिनेट करदी है और सो ज़बूरां दी किताब शायरी और अज ते असी पढ़न ही प्रेम गीत रहे हैं रूसी गीत है शादी दा गीत है लव सॉन्ग इनू क्या गया वे ठीक है और जनरल आइडिया है वे कि यह ज़बूर जिहड़ा वे यह दरअसल खुदावंद यस्सु मसीह जिहड़ा कि मज़ियानिक किंग है ओ और जिहड़ा नवें ऐदनामे दे विच जिहड़ा खुदावंद यस्सु मसीह एज अ बर्रा और मुकाशफा 19 बाब दे विच बर्रे दी शादी जिहड़ी है ओदे विच जिहड़े इमेज यूज होए ने ਉਹ ਸਾਰੇ ਇਮੇਜ ਮੈਜੋਰਿਟੀ ਉਹ ਲਫ਼ਜ਼ ਔਰ ਉਹ ਤਸਵੀਰ ਕਸ਼ੀ ਜਿਹੜੀ ਹੈ ਉਹ ਜ਼ਬੂਰ 45 ਤੋਂ ਲਈ ਗਈ ਹੈ ਅੱਜ ਅਸੀਂ ਵੇਖਾਂਗੇ ਕਿ ਕਿਵੇਂ ਜ਼ਬੂਰ 45 ਇਨਫਲੂਐਂਸ ਕੀਤਾ ਮੁਕਾਸ਼ਫਾ ਦੀ ਕਿਤਾਬ ਦੇ ਰਾਈਟਰ ਦੇ 19 ਬਾਬ ਨੂੰ ਔਰ 5ਵੇਂ ਬਾਬ ਨੂੰ ਕਿਵੇਂ ਉਹਨੇ ਇਹ ਜਿਹੜੇ ਲਫ਼ਜ਼ ਨੇ ਔਰ ਜਿਹੜਾ ਇਹ ਰਾਇਲ ਵੈਡਿੰਗ ਦਾ ਜਿਹੜਾ ਕਨਸੈਪਟ ਹੈ ਉਹਨੂੰ ਉਹਨੇ ਖੁਦਾ ਦੀ ਬਾਦਸ਼ਾਹੀ ਅਬਦੀ ਬਾਦਸ਼ਾਹੀ ਔਰ ਖੁਦਾਵੰਦ ਯਿਸੂ ਮਸੀਹ ਤੇ ਉਹਨੇ ਕਿਵੇਂ ਅਪਲਾਈ ਕੀਤਾ ਵੇ और असी जेडे दुल्हन आ इट्स इंटरेस्टिंग वियर्ड थॉट फॉर मी एक्चुअली थिंकिंग अबाउट लाइक वेयरिंग अ ड्रेस लाइक अ ब्राइड ठीक है ना तो लेकिन वी आर ब्राइड एक्चुअली जीसस क्राइस्ट ब्राइड चर्च इज अ ब्राइड और यीशु मसीह दी दुल्हन हुंदे आए कलीसिया हुंदे आए सो इंपॉर्टेंट चीज जेडी है ओदे विच बड़े जिवें मैं अगे जिक्र कीता सी इहदा जेड़ा टाइटल है ना मीर मुगन्नी के लिए शोशनीम के सुर पर बनी कौरा का मजमूर मशकील और अगे लव सॉन्ग जेड़ा पढ़िया गया सो कल्ला टाइटल ही बड़ा हैवी है सो टाइटल दे विच सानू पता लगदा वे कि इहदा ऑथर कौन है बनी कौरा जिवें असीं पढ़ चुके हैं पहला भी दिस इज द होल सेट ऑफ चिल्ड्रन ऑफ कौरा दे वर लेविटिकल राइटर्स सिंगर्स म्यूजिशियन आर्टिस्ट जेड़े हैकल दे विच और पहला दाऊद दे खैमे दे विच ओदे बाद जेड़ा हैकल सुलेमानी बनी है उदों ओदे विचों खिदमत करते हैं नंबर 2 जेड़ा इत्थे लफ्ज है ना शोशनीम के सुर पर इट्स रिफर टू एक्चुअली दो स्कॉलर्स दे बारे दो तरह दी गल्लां दसदे ने एक ते क्या गया वे कि ਇਹ ਟਿਊਨ ਨੂੰ ਪੇਸ਼ ਕਰਦਾ ਵੇ ਜਿਵੇਂ ਸਾਡੇ ਨਾ ਜਿਹੜੇ ਲੋਕ 뮤직 ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਵੇ ਕਿ ਰਾਗ ਮਾਲਕੋਸ ਕੀ ਹੈ ਉਹਨਾਂ ਨੂੰ ਪਤਾ ਰਾਗ ਭੈਰੋਂ ਕੀ ਹੈ ਉਹਨਾਂ ਨੂੰ ਪਤਾ ਵੇ ਕਿ ਰਾਗਨੀ ਭੈਰਵੀ ਕੀ ਹੈ ਉਹਨਾਂ ਨੂੰ ਪਤਾ ਕਿ ਕਲਾਵਤੀ ਰਾਗਨੀ ਕਿਹੜੀ ਹੈ ਔਰ ਮਤਲਬ ਦੇ ਨੋ ਵੈਰੀ ਵੈਲ ਜਿਹੜੇ ਠਾਠ ਦਾ ਸਿਸਟਮ ਕੀ ਹੈ ਕਿਹੜਾ ਰਾਗ ਕਿਹੜੇ ਵੇਲੇ ਗਾਣਾ 24 ਘੰਟਿਆਂ ਦੇ ਕਿਵੇਂ ਤਕਸੀਮ ਹੈ ਮਤਲਬ ਦੇ ਨੋ ਵੈਰੀ ਵੈਲ ਦ ਨੇਮ ਆਫ ਦ ਰਾਗਾਸ ਐਂਡ ਰਾਗਨੀਸ ਲੇਕਿਨ ਦੂਜਾ ਕਨਸੈਪਟ ਹੈ ਵੇ ਕਿ ਇਹ ਐਕਚੁਅਲੀ ਤਾਰਦਾਰ ਸਾਜ਼ ਨੂੰ ਵੀ ਪੇਸ਼ ਕਰਦਾ ਵੇ ਸ਼ੋਸ਼ਨੀਮ ਦਾ ਜਿਹੜਾ ਟਾਈਟਲ ਹੈ it represent also ਤਾਰਦਾਰ ਸਾਜ਼ ਔਰ ਇਸ ਖਿਆਲ ਨੂੰ ਸਪੋਰਟ ਕਿਵੇਂ ਮਿਲਦੀ ਹੈ ਜਦੋਂ ਅਸੀਂ ਜ਼ਬੂਰ 8ਵੀਂ ਜ਼ਬੂਰ 45 ਦੀ 8ਵੀਂ ਆਇਤ ਪੜ੍ਹਦੇ ਆ ਨਾ ਉੱਥੇ ਲਿਖਿਆ ਵੇ ਕਿ ਹਾਥੀ ਦਾंत के महलों में तारदार साजों ने तुझे क्या किया है खुश किया है ਸੋ ਅਸੀਂ ਵੇਖਦੇ ਆ ਕਿ ਜਿਹੜਾ ਕਨਸੈਪਟ ਸਟ੍ਰਿੰਗ ਇਨਸਟਰੂਮੈਂਟ ਦਾ ਉਹ ਆਲਰੇਡੀ ਇਹਦੇ ਵਿੱਚ ਮੌਜੂਦ ਹੈ
ਔਰ ਦਿਸ ਇਜ਼ ਮਸ਼ਕੀਲ ਔਰ ਦਾ ਜਿਹੜਾ ਟੌਪਿਕ ਹੈ ਜਿਹੜਾ ਥੀਮ ਹੈ ਇਸ ਜ਼ਬੂਰ ਦਾ ਜਿਵੇਂ ਸਿਸਟਰ ਜੋਤੀ ਨੇ ਟਾਈਟਲ ਪੜਿਆ ਵੇ ਪ੍ਰੇਮ ਗੀਤ ਜ਼ਰਾ ਪੜਿਓ ਜ਼ਰਾ ਟਾਈਟਲ ਦੁਬਾਰਾ ਅੰਕਲ ਜੀ ਇੱਕ ਵਾਰੀ ਤੁਸੀਂ ਪੜਿਓ ਇੱਕ ਵਾਰੀ ਸਿਸਟਰ ਜੋਤੀ ਜ਼ਰਾ ਪੜਿਓ ਇਹਦਾ ਟਾਈਟਲ ਕੀ ਦੱਸਿਆ ਉਹਨਾਂ ਮੈਂ ਵੇਖਣਾ ਚਾਹ ਰਿਹਾ ਕਿ ਕੰਟਰਾਸਟ ਕੀ ਹੈ ਲਫ਼ਜ਼ਾਂ ਦੀ ਇਹਦਾ ਟਾਈਟਲ ਹੈਗਾ ਸ਼ਾਹੀ ਪ੍ਰੇਮ ਗੀਤ Okay, thank ਸੰਗੀਤ you. ਦਲ ਦੇ ਆਗੂ ਲਈ ਹਾਂਜੀ ਸ਼ਾਹੀ ਪ੍ਰੇਮ ਗੀਤ ਵਾਹ ਵਾਹ ਅੰਕਲ ਜੀ ਪਾਤਸ਼ਾਹ ਦਾ ਵਿਆਹ ਸੁਰਪਤੀ ਲਈ ਸੋਸਨ ਨਾਮੇ ਰਾਗ ਉੱਤੇ ਕੋੜਾ ਦੇ ਪੁੱਤਰਾਂ ਦੀ ਕਾਫੀ ਪ੍ਰੇਮ ਦਾ ਗੀਤ प्रेम द गीत वाह वाह प्रेम गीत वाह क्या बात है जी जबरदस्त वंडरफुल so it's a प्रेम गीत मतलब it's a love song शादी हो रही है ठीक है आज मैं असली ਵਿਆਹ ਵਾਲਾ ਕੁਰਤਾ ਪਾ ਕੇ ਬੈਠਾ ਹਾਂ ਤਾਂ ਕਿ ਪਤਾ ਲੱਗੇ ਕਿ ਸਿਸਟਰ ਜੋਤੀ ਵੀ ਅੱਜ ਵੇਖੋ ਤਿਆਰ ਸ਼ਿਆਰ ਹੋ ਗਏ ਸੀ ਅਸੀਂ ਦੋਵੇਂ ਵਿਆਹ ਤੇ ਆਏ ਹਾਂ so we are talking about wedding so ਪਹਿਲੀ ਆਇਤ so ਅਸੀਂ ਇਸ ਜ਼ਬੂਰ ਨੂੰ ਐਕਚੁਅਲੀ 4 ਮੇਨ ਸੈਕਸ਼ਨ ਵਿੱਚ ਤਕਸੀਮ ਕਰਨੇ ਆ ਠੀਕ ਹੈ ਸੋ ਨੰਬਰ 1 ਸੈਕਸ਼ਨ ਹੈ ਪਹਿਲੀ ਆਇਤ ਦੀ ਜਿਹਦੇ ਵਿੱਚ ਰਾਈਟਰ ਆਪਣਾ ਇੰਟਰੋਡਕਸ਼ਨ ਦੇ ਰਿਹਾ ਵੇ ਔਰ ਉਹ ਰੀਜ਼ਨ ਦੱਸ ਰਿਹਾ ਵੇ ਕਿ ਮੈਂ ਕਿਉਂ ਇਹ ਜ਼ਬੂਰ ਜਾਂ ਇਹ ਮੈਂ ਲਿਖਿਆ ਵੇ ਠੀਕ ਹੈ ਦੂਜਾ ਇਹਦਾ ਸੈਕਸ਼ਨ ਸ਼ੁਰੂ ਹੁੰਦਾ ਵੇ ਦੂਸਰੀ ਆਇਤ ਤੋਂ ਲੈ ਕੇ ਤੇ 8ਵੀਂ ਆਇਤ ਤੱਕ ਜਿਹਦੇ ਵਿੱਚ ਜਿਹੜਾ ਜ਼ਬੂਰ ਨਵੀਸ ਹੈ ਜਿਹਨੇ ਰਾਈਟਰ ਜਿਹੜਾ ਜ਼ਬੂਰ ਦਾ ਉਹ ਇੰਟਰੋਡਕਸ਼ਨ ਕਰਾਂਦਾ ਵੇ ਮਿਜ਼ਿਆਨਿਕ ਕਿੰਗ ਔਰ ਉਹਦੀ ਜਿਹੜੀ ਕਿੰਗਡਮ ਹੈ ਉਹ ਕਿੰਗਡਮ ਕਿਵੇਂ ਫੰਕਸ਼ਨ ਕਰੇਗੀ ਉਹਦੇ ਆਪਰੇਟਿਵਸ ਕੀ ਹੋਣਗੇ ਠੀਕ ਹੈ ਉਹਦੇ ਬਾਅਦ ਜਿਹੜਾ ਤੀਸਰਾ ਸੈਕਸ਼ਨ ਹੈ ਉਹ ਸ਼ੁਰੂ ਹੁੰਦਾ ਵੇ 14ਵੀਂ ਆਇਤ ਤੋਂ ਲੈ ਕੇ ਤੇ 15ਵੀਂ ਆਇਤ ਤੱਕ ਜਾਂਦਾ ਵੇ ਜਿਹਦੇ ਵਿੱਚ ਮਲਕਾ ਦਾ ਔਰ ਜਿਹੜੀਆਂ ਫੀਮੇਲਸ ਨੇ ਘਰ ਦੀਆਂ ਸ਼ਹਜ਼ਾਦੀਆਂ ਮਲਕਾ ਔਰ ਸ਼ਾਦੀ ਜਿਹਦੀ ਹੋ ਰਹੀ ਹੈ ਔਰ ਉਹਦਾ ਜ਼ਿਕਰ ਹੈ 14ਵੀਂ ਜਿਹੜੀ ਆਇਤ ਹੈ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਕੁਵਾਰੀਆਂ ਦਾ ਜ਼ਿਕਰ ਹੈ ਅਸੀਂ ਜਦੋਂ ਸ਼ਾਦੀ ਵਿਆਹ ਸਾਡੇ ਇੰਡੀਆ ਪਾਕਿਸਤਾਨ ਵਿੱਚ ਵਿਆਹ ਹੁੰਦਾ ਵੇ ਉਹ ਤੁਸੀਂ ਵੇਖਦੇ ਹੋ ਸਾਡੇ ਈਸਟਰਨ ਕੰਟੈਕਸਟ ਵਿੱਚ ਵਿਆਹ ਜਿਹੜਾ ਵੇ ਉਹ ਕੋਈ ਹਫਤਾ ਕੁ ਚੱਲਦਾ ਵੇ ਠੀਕ ਹੈ ਨਾ ਇੱਥੇ ਵੀ ਤੁਸੀਂ ਵੈਡਿੰਗ ਅਟੈਂਡ ਕੀਤੀਆਂ ਹੋਣਗੀਆਂ ਇੱਥੇ 1-3 ਘੰਟਿਆਂ 'ਚ ਵਿਆਹ ਮੁੱਕ ਜਾਂਦਾ ਸੀ ਪਰੇਸ਼ਾਨ ਹੋ ਜਾਂਦਾ ਯਾਰ ਵਿਆਹ ਮੁੱਕ ਵੀ ਗਿਆ ਬੰਦਾ ਤਿਆਰ ਹੋ ਕੇ ਘਰੋਂ ਆਉਂਦਾ ਵੇ ਬਸ ਉਹ ਚਰਚ ਜਾਈਦਾ ਗੋਰਿਆਂ ਦੇ ਵਿਆਹ 'ਚ ਉਹ ਜਨਾਬ ਆਪਣਾ ਉੱਥੇ ਨਿਕਾਹ ਕਰਦੇ ਨੇ ਉਹਦੇ ਬਾਅਦ ਰਿਸੈਪਸ਼ਨ ਦੇਣਗੇ ਤੇ ਹੈਲੋ ਬਾਏ ਬਾਏ ਟਾਟਾ ਅਸੀਂ ਵਿਆਹ ਵੀ ਹੋ ਗਿਆ ਤੇ ਅਸੀਂ ਪਰੇਸ਼ਾਨ ਹੁੰਦੇ ਆ ਕਿ ਨਾ ਬੁਲਾਇਆ ਨਹੀਂ ਸਾਨੂੰ ਅੱਗੇ ਕੀ ਕਰਨਾ ਹੁਣ ਅਸੀਂ ਆਦੀ ਆ ਜਨਾਬ ਪਹਿਲਾਂ ਢੋਲਕੀ ਵੱਜੇ ਪਹਿਲਾਂ ਤੇਲ ਮਾਈਆਂ ਹੋਣ ਫਿਰ ਕੋਈ ਆਪਣਾ ਡਾਂਸ ਹੋਏ ਕੋਈ ਸੈਲੀਬ੍ਰੇਸ਼ਨ ਹੋਏ ਠੀਕ ਹੈ ਉਹਦੇ ਬਾਅਦ ਫਿਰ ਮਤਲਬ ਹੋਰ ਸਾਡੀਆਂ ਪਾਰਟੀਆਂ ਚੱਲਦੀਆਂ ਨੇ ਮਤਲਬ ਇੱਕ ਵਾਰ ਦੁਲਹਿਲ ਜਾਣਾ ਫਿਰ ਦੁਲਹਣਾ ਮਤਲਬ ਸਾਡਾ ਲੰਮਾ ਖਲਾਰਾ ਪਿਆ ਹੁੰਦਾ ਠੀਕ ਹੈ ਔਰ ਇੱਥੇ ਆ ਕੇ ਤੇ ਹੀ ਪਰੇਸ਼ਾਨ ਹੋ ਜਾਂਦੇ ਆ ਕਿ ਭਾਈ ਵਿਆਹ ਮੁੱਕ ਵੀ ਗਿਆ ਜਲਦੀ ਸੋ ਦਿਸ ਇਜ਼ ਦਾ ਕਨਸੈਪਟ ਓਵਰ देयर ਸ਼ਾਦੀ ਦਾ ਪ੍ਰੋਪਰ ਜਿਹੜਾ ਵੇ ਨਾ ਅਰੇਂਜਮੈਂਟ ਸਾਨੂੰ ਉੱਥੇ ਨਜ਼ਰ ਆਉਣ ਡਿਆ ਵੇ ਲੇਕਿਨ ਜਿਹੜਾ ਇੰਪੋਰਟੈਂਟ ਲਾਸਟ ਸੈਕਸ਼ਨ ਹੈ ਨਾ ਉਹ ਬੜਾ ਜਿਹੜਾ ਆਖਰੀਆਂ 2 ਆਇਤਾਂ ਜਿਹੜੀਆਂ ਨਾ ਉਹ ਵੇ ਕਿ ਤੁਸੀਂ ਵੇਖੋਗੇ ਕਿ ਜਿਹੜੀ ਫਿਊਚਰ ਜਨਰੇਸ਼ਨ ਹੈ not only future generation ਦਾ ਜ਼ਿਕਰ ਹੈ ਬਲਕਿ ਉਹ ਫਿਊਚਰ ਜਨਰੇਸ਼ਨ ਜਿਹੜੀ ਹੈ ਉਹ ਉਸ ਬਾਦਸ਼ਾਹ ਦੀ ਜਿਹੜੀ ਕਿੰਗਡਮ ਹੈ ਉਹਨੂੰ ਉਹ ਪੂਰੇ ਗਲੋਬਲ ਲੈਵਲ ਤੇ ਫੈਲਾਣਗੇ ਉਮਤਾਂ ਖੁਦਾਵੰਦ ਦੀਆਂ ਕੌਮਾਂ ਅਬਦੁਲ ਆਬਾਦ ਕੀ ਕਰਨ ਉਹਦੀਆਂ ਸ਼ੁਕਰਗੁਜ਼ਾਰੀ ਕਰਨਗੀਆਂ ਸੋ ਦੈਟ ਇਜ਼ ਦਾ ਫਲੋ ਸੋ ਲੈਟਸ ਡਾਈਵ ਇਨ ਔਰ ਵੇਨੇ ਅਸੀਂ ਕਿ ਚਾਰੇ ਸੈਕਸ਼ਨ ਜਿਹੜੇ ਨੇ ਇਹ ਸਾਨੂੰ ਖੁਦਾ ਦੀ ਬਾਦਸ਼ਾਹੀ ਔਰ ਮਸੀਹਾਈ ਜਿਹੜੀ ਕਿੰਗਡਮ ਹੈ ਉਹਦੇ ਬਾਰੇ ਸਾਨੂੰ ਕੀ ਦੱਸਦੇ ਹਨ ਸੋ ਪਹਿਲੀ ਆਇਤ ਕੀ ਲਿਖੀ ਆਵੇ ਜ਼ਬੂਰ ਨਵੀਸ ਕਹਿ ਰਿਹਾ ਜੀ ਮੇਰੇ ਦਿਲ ਦੇ ਵਿੱਚ ਇੱਕ ਨਫੀਸ ਮਜ਼ਮੂਨ ਮਤਲਬ ਹੀ ਇਜ਼ ਅ ਪ੍ਰੋਫੈਸ਼ਨਲ ਰਾਈਟਰ ਇੰਪੋਰਟੈਂਟ ਸੀ ਜਿਹੜੀ ਮੈਂ ਤੁਹਾਨੂੰ ਦੱਸਾਂ ਉਹ ਐਸੀ ਕਿ ਜਿਹੜੀ ਦਾਊਦ ਨੇ ਜਿਹੜੇ ਖਾਨਦਾਨ ਘਰਾਣੇ ਜਿਨ੍ਹਾਂ ਦੀ ਡਿਊਟੀਆਂ ਲਾਈਆਂ ਹਨ ਨਾ ਕਿ ਉਹਨਾਂ ਨੇ ਹੈਕਲ ਦੇ ਵਿੱਚ ਨਬੂਵਤ ਨੂੰ ਉਹਨਾਂ ਲਿਖਣਾ ਵੇ ਜਿਹੜੀ ਨਬੂਵਤ ਉਤਰੇਗੀ ਉਹਨੂੰ ਲਿਖਣ ਦੇ ਬਾਅਦ ਮਿਊਜ਼ੀਸ਼ੀਅਨ ਕੰਪੋਜ਼ ਕਰਦੇ ਹਨ ਕੰਪੋਜ਼ ਕਰਨ ਤੋਂ ਬਾਅਦ ਜਿਹੜੀ ਗਿਲਡ ਹੁੰਦੀ ਸੀ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਸੀ ਦੇ ਫਸਟ ਅਪਰੂਵ ਬਿਫੋਰ ਦਾ ਪਬਲਿਕ ਪ੍ਰੈਜੈਂਟੇਸ਼ਨ ਇਸ ਲਈ ਤੁਸੀਂ ਵੇਖੋਗੇ ਕਿ ਟਾਈਟਲ ਕੀ ਲਿਖਿਆ ਵੇ ਮੀਰ ਮੁਗੰਨੀ ਕੇ ਲਈ ਯਾਨੀ ਜਿਹੜਾ ਗੀਤ ਲਿਖਿਆ ਗਿਆ ਵੇ ਉਹਨੂੰ ਪਹਿਲਾਂ ਕਿਹਨੂੰ ਪੇਸ਼ ਕੀਤਾ ਜਾਏਗਾ ਆ ਪ੍ਰੈਜ਼ੀਡੈਂਟ ਔਰ ਦਾ ਚੇਅਰਪਰਸਨ ਔਰ ਜਿਹੜਾ ਉੱਥੋਂ ਦਾ ਕੁਆਰ ਲੀਡਰ ਇੰਚਾਰਜ ਜਿਹੜਾ ਪਹਿਲਾਂ ਉਹਨੂੰ ਪੇਸ਼ ਕੀਤਾ ਜਾਏਗਾ ਠੀਕ ਹੈ ਅੱਜ ਕੱਲ ਦੇ ਦੌਰ ਦੇ ਵਿੱਚ ਤੁਸੀਂ ਵੇਖੋਗੇ ਕਿ ਤੁਹਾਨੂੰ ਮਤਲਬ ਐਸੇ ਲੋਕ ਸੋਸ਼ਲ ਮੀਡੀਆ ਤੇ ਗੀਤ ਲੈ ਕੇ ਆਉਂਦੇ ਨੇ ਕਿ ਉਹ ਅਜ਼ਾਬ ਇਮਾਨ ਸੇ ਉਹ ਬੰਦਾ ਸੁਣਦਾ ਰਹਿੰਦਾ ਯਾਰ ਕਿੱਥੋਂ ਆਏ ਨੇ ਲੋਕ ਕੌਣ ਲੋਕ ਨੇ ਮਤਲਬ ਕਿ ਉਹ ਬਜਾਏ ਬਰਕਤ ਮਿਲਣ ਦੇ ਬਜਾਏ ਦੇ ਕਿ ਅਸੀਂ ਉਹਨੂੰ ਸੁਣ ਕੇ ਤੇ ਖੁਦਾ ਦੀ ਹਜ਼ੂਰੀ ਮਹਿਸੂਸ ਕਰੀਏ ਉਹ ਉਲਟਾ ਜਿਹੜਾ ਨਾ ਉਲਟਾ ਅਜ਼ੀਅਤ ਮਿਲਦੀ ਹੈ ਸੋ ਦੈਟਸ ਵਾਈ ਦੇ ਵਰ ਪ੍ਰੋਫੈਸ਼ਨਲ ਪੀਪਲ ਮੈਨੂੰ ਕਦੀ ਮੌਕਾ ਮਿਲਿਆ ਤੇ ਮੈਂ ਜ਼ਿਕਰ ਕਰਾਂਗਾ ਔਰ ਉਹਨੂੰ ਅਸੀਂ ਅਨਫੋਲਡ ਕਰਾਂਗੇ ਕਿ ਪਹਿਲਾ ਤਵਾਰੀਖ ਦੂਸਰੇ ਤਵਾਰੀਖ ਦੇ ਵਿੱਚ ਜਿਹੜੀ ਗਿਲਡ ਕਾਇਮ ਹੋਈ ਸੀ ਉਹਨਾਂ ਦੀ ਡਿਊਟੀਆਂ ਕੀ ਹੁੰਦੀਆਂ ਸਨ ਸਾਜ਼ ਕਿਹੜੇ ਸਨ ਔਰ ਉਹਨਾਂ ਦੇ ਮੈਂਬਰਸ ਕਿੰਨੇ ਹੁੰਦੇ ਹਨ ਮਤਲਬ ਦੈਟਸ ਅ ਹੋਲ ਸਟੱਡੀ about the tabernacle of David ਔਰ ਉਹਦੇ ਵਿੱਚ ਉਹਦੇ ਬਾਅਦ ਐਰੋਨਿਕ ਜਿਹੜਾ ਉਹਦਾ ਹੈਕਲ ਜਦੋਂ ਬਣਾਈ ਸੁਲੇਮਾਨ ਨੇ ਉਹਦੇ ਵਿੱਚ ਗਾਨ ਵਜਾਉਣ ਵਾਲਿਆਂ ਦੀਆਂ ਡਿਊਟੀਆਂ ਔਰ ਉਹਨਾਂ ਦੀ ਰਿਸਪੌਂਸਿਬਿਲਿਟੀ ਟ੍ਰੇਨਿੰਗ ਕੀ ਹੁੰਦੀ ਸੀ ਸੋ ਐਨੀਵੇ ਸੋ ਅਸੀਂ ਵੇਖਦੇ ਆਵੇਂ ਕਿ ਕਹਿੰਦਾ ਮੇਰੇ ਦਿਲ ਮੇਂ ਇੱਕ ਨਫੀਸ ਮਜ਼ਮੂਨ ਜੋਸ਼ ਮਾਰਨ ਡਿਆ ਵੇ
ਆਂਦਾ ਉਹ ਮਜ਼ਮੀਨ ਮੈਂ ਸੁਣਾਵਾਂਗਾ ਜਿਹੜਾ ਮੈਂ ਬਾਦਸ਼ਾਹ ਲਈ ਲਿਖਿਆ ਵੇ। ਨਾਓ ਇੰਟਰਸਟਿੰਗਲੀ ਗੱਲ ਹੈ ਵੇ ਕਿ ਇੱਥੇ ਕਿਤੇ ਵੀ ਬਾਦਸ਼ਾਹ ਦਾ ਪਾਰਟਿਕੂਲਰ ਨਾਂ ਕੋਈ ਨਹੀਂ ਹੈ ਕਿ ਇਜ਼ ਇਟ ਫॉर ਡੇਵਿਡ, ਇਜ਼ ਇਟ ਫॉर ਸੋਲੋਮਨ, ਇਜ਼ ਇਟ ਫॉर ਐਬਿਸਲੋਮ, ਇਜ਼ ਇਟ ਫॉर ਹੂਐਵਰ, ਠੀਕ ਹੈ ਨਾ, ਕਿਸੇ ਬਾਦਸ਼ਾਹ ਦਾ ਕੋਈ ਜ਼ਿਕਰ ਨਹੀਂ ਹੈ, ਬਟ ਐਕਚੁਅਲੀ ਰਿਪਰੈਜ਼ੈਂਟ ਕਰਦਾ ਵੇ ਜਿੱਥੋਂ ਤੱਕ ਮੈਨੂੰ ਸਮਝ ਆਈਏ ਦੈਟਸ ਅ ਡਿਵਾਈਨ ਕਿੰਗਡਮ, ਐਕਚੁਅਲੀ ਜਿਹੜੀ ਕਿੰਗਡਮ ਜਿਹਦਾ ਅਖੀਰ ਕੋਈ ਨਹੀਂ, ਅੰਤ ਕੋਈ ਨਹੀਂ ਜਿਹਦਾ, ਔਰ ਜ਼ਾਹਿਰ ਹੈ ਦੈਟ ਨਾਟ ਐਪਲੀਕੇਬਲ ਟੂ ਐਨੀ ਹਿਊਮਨ ਕਿੰਗਡਮ, ਕਿਉਂਕਿ ਦਾਊਦ ਬਾਦਸ਼ਾਹ ਦੀ ਹਕੂਮਤ ਵੀ 40 ਸਾਲ ਰਹੀ, 40 ਸਾਲ ਸੁਲੇਮਾਨ ਨੇ ਕੀਤੀ ਤੇ 40 ਸਾਲ ਜਿਹੜੀ ਹੈ ਉਹ ਸਾਊਲ ਬਾਦਸ਼ਾਹ ਨੇ ਕੀਤੀ ਸੀ, ਟੋਟਲ 120 ਇਅਰਸ ਆਫ ਦ ਯੂਨਾਈਟਿਡ ਕਿੰਗਡਮ ਐਂਡ ਦੈਨ ਸਲਤਨਤ ਜਿਹੜੀ ਤਕਸੀਮ ਹੋ ਗਈ। ਲਿਹਾਜ਼ਾ वो कह रहे जी कि मेरी जुबान माहिर कातिब का कलम है। वाह वाह, मतलब ऐसा आयत पढ़े जरा, पहली आयत जी आखिरी लाइन है की है थोड़ी अपना पंजाबी च की है, जरा की कह रहा है अपनी जुबान के बारे च? मैं राजा जी दे गावांगा, मेरे बोल एक कवि दे हन जो निकलन ਲਈ ਤਿਆਰ ਹਨ। ओके, मेरे बोल एक कवि दे हैं, मतलब राइटर प्रॉपर शायर जिहड़ा वे ना, ठीक है। अंकल जी तुसीं पढ़ो जरा, माइक अनम्यूट कर लियो। पहली आयत है ना, पहली आयत दी जेडी आखिरी लाइन है ना जेडी, मेरा हाँ जी, मेरी रचना सुचेत लिखारी दा लिखण है। ओहो हो वाह वाह, बड़ी गाड़ी आई है हिंदी जेडी है, पंजाबी सी की सी, दोबारा पढ़िया जरा। मेरी रचना सुचेत लिखारी दा लिखण है। आहा, सुचेत लिखारी दा लिखन है, वाह जी वाह, यानी माहिर, अ स्किल्ड राइटर, अ स्किल्ड पोएट। ਤੁਹਾਨੂੰ ਪਤਾ ਵੀ ਜਿਹੜੀ ਪਰਸੋਂ ਕੱਲ ਬਲਕਿ ਜਿਹੜੀ ਇਨੌਗਰੇਸ਼ਨ ਹੋਈ ਹੈ ਪ੍ਰੈਜ਼ੀਡੈਂਟ ਦੀ ਜੋ ਬਾਈਡਨ ਦੀ, ਉਹ ਜਿਹੜੀ ਕੁੜੀ 22 ਸਾਲ ਦੀ ਅਫਰੀਕਨ ਅਮਰੀਕਨ ਲੜਕੀ ਜਿਹਨੇ ਪੋਇਟਰੀ ਪੜ੍ਹੀ ਹੈ, ਮਤਲਬ ਸ਼ੀ ਸਟੋਲ ਦਾ ਸ਼ੋ ਐਕਚੁਅਲੀ। ਉਹ ਲੋਕੀ ਔਰ ਟੀਵੀ ਚੈਨਲਸ ਔਰ ਸੋਸ਼ਲ ਮੀਡੀਆ ਉਹਨਾਂ ਹੋਰ ਕਿਸੇ ਨੂੰ ਹਾਈਲਾਈਟ ਨਹੀਂ ਕਰਨ ਦੇ ਜਿੰਨਾ ਉਹ ਕੁੜੀ ਨੂੰ ਬੁਲਾਇਆ ਜਾ ਰਿਹਾ, ਹਰ ਮੇਨ ਚੈਨਲ ਉਹ ਕੁੜੀ ਨੂੰ ਬੁਲਾ ਰਿਹਾ। ਮਤਲਬ ਵੇਖਿਆ ਜਾਏ ਤੇ ਉਹ ਸ਼ੋ ਜਿਹਨੂੰ ਕਹਿ ਨਾ ਲੁੱਟ ਕੇ ਲੈ ਗਈ ਹੈ ਜਿਹੜਾ ਇਨੌਗਰੇਸ਼ਨ ਸੀ। ਸੋ ਦੈਟਸ ਦ ਪਾਵਰ ਆਫ ਪੋਇਟਰੀ, ਠੀਕ ਹੈ। ਤੁਸੀਂ ਵੇਖਣ ਸ਼ੀ ਇਜ਼ ਓਨਲੀ 22 ਇਅਰਸ ਓਲਡ ਐਨੀਵੇ। ਸੋ ਜ਼ਬੂਰ ਨਵੀਸ ਕਹਿ ਰਿਹਾ ਜੀ ਮੇਰੀ ਜ਼ੁਬਾਨ ਮਾਹਿਰ ਕਾਤਬ ਦਾ ਕਲਮ ਹੈ। ਮਾਹਿਰ ਕਾਤਬ, ਮਾਹਿਰ ਕਵੀ, ਲਿਖਾਰੀ, ਸਕਿਲਡ ਪੋਇਟ। ਤੁਹਾਡੇ ਇੰਡੀਆ ਦੇ ਵਿੱਚ ਕਿਹੜਾ ਇਸ ਵੇਲੇ ਟੌਪ ਸ਼ਾਇਰ ਹੈ? ਤੁਹਾਨੂੰ ਕੋਈ ਸ਼ਾਇਰੀ ਸੁਣਦੇ ਹੋ ਨਾ, ਕਿ ਕੋਈ ਸ਼ੌਕ ਹੈ ਸ਼ਾਇਰੀ ਸੁਣਨ ਦਾ? ਨਹੀਂ, ਤੁਹਾਡੇ ਜਾਵੇਦ ਅਖਤਰ ਦਾ ਹੀ ਹੈ ਜੋ ਵੀ ਫਿਲਮ ਇੰਡਸਟਰੀ 'ਚ ਵੀ ਹੈ ਤੇ ਉਦਾਂ ਵੀ ਸਟੋਰੀ ਰਾਈਟਰ ਹੈ। ਲੇਕਿਨ ਤੁਹਾਨੂੰ ਪਤਾ ਹੈ ਜਾਵੇਦ ਅਖਤਰ ਨਾਲੋਂ ਜ਼ਿਆਦਾ ਇੰਡੀਆ ਦਾ ਜਿਹੜਾ ਪਿਛਲੇ ਸਾਲ ਇੰਤਕਾਲ ਹੋਇਆ ਉਹਦਾ ਰਾਹਤ ਇੰਦੌਰੀ, ਮਤਲਬ ਦੈਟ ਗਾਇ ਕੋ ਸ਼ਾਇਰ ਸੀ ਉਹ ਮਰ ਗਿਆ। ਹਾਂ, ਰਾਹਤ ਇੰਦੌਰੀ ਸੀ ਉਹ ਮਰ ਗਿਆ ਵਿਚਾਰਾ। ਹਾਂਜੀ ਹਾਂਜੀ, ਉਹਦੀ ਮੈਂ ਗੱਲ ਕਰਨ ਡਿਆ, ਮਤਲਬ ਹੀ ਡਾਇਡ ਲੇਕਿਨ ਵਾਟ ਅ ਪ੍ਰੋਫਾਊਂਡ ਪੋਇਟ। ਬਹੁਤ ਮਤਲਬ ਮੈਂ ਬੜੇ ਸ਼ੌਕ ਨਾਲ ਉਹਦੀ ਸ਼ਾਇਰੀ ਸੁਣਨਾ ਵਾ। ਔਰ ਉਹਦੇ ਬਾਅਦ ਡਾਕਟਰ ਬਸ਼ੀਰ ਬਦਰ ਵੀ ਤੁਹਾਡੇ ਇੰਡੀਆ ਤੋਂ ਬਹੁਤ ਮਸ਼ਹੂਰ ਸ਼ਾਇਰ ਸਨ। ਸਾਡੇ ਪਾਕਿਸਤਾਨ ਦੇ ਵਿੱਚੋਂ ਅਹਿਮਦ ਫਰਾਜ਼ ਮਰ ਗਏ ਨੇ, ਹੋਰ ਵੀ ਬੜੇ ਮਰ ਗਏ ਨੇ, ਬੜੇ ਅੱਛੇ ਸ਼ਾਇਰ ਸਨ ਤੇ ਲੇਕਿਨ ਅੱਗੋਂ ਵੀ ਨਵੀਂ ਪੌਦ ਆ ਰਹੀ ਹੈ। ਸੋ ਸ਼ਾਇਰੀ, ਪੋਇਟਰੀ, ਦੈਟਸ ਵੈਰੀ ਇੰਪੋਰਟੈਂਟ ਐਕਚੁਅਲੀ। ਅਗਰ ਵਾਕਈ ਤੁਸੀਂ ਬਾਈਬਲ ਨੂੰ ਸਮਝਣਾ ਨਾ ਤਾਂ ਸ਼ਾਇਰੀ ਨੂੰ ਸੁਣਿਆ ਕਰੋ, ਸ਼ਾਇਰੀ ਸਮਝਿਆ ਕਰੋ, ਸ਼ਾਇਰੀ ਸ਼ੈ ਕੀ ਹੈ ਐਕਚੁਅਲੀ, ਬਿਕਾਜ਼ ਦੈਟਸ ਵਾਟਸ ਦ ਬਿਬਲੀਕਲ ਪੋਇਟਰੀ। ਓਕੇ ਜੀ, ਨਾਓ ਵੀ ਐਂਟਰ ਟੂ ਦ ਪਾਰਟ 2 ਜਿੱਥੇ ਹੁਣ ਡਿਵਾਈਨ ਕਿੰਗ ਜਿਹੜਾ ਵੇ ਉਹਦਾ ਤਾਰਫ ਕਰਾਇਆ ਜਾ ਰਿਹਾ ਵੇ, ਠੀਕ ਹੈ, ਉਹਨੂੰ ਇੰਟਰੋਡਿਊਸ ਕਰਾਇਆ ਜਾ ਰਿਹਾ ਵੇ। ਔਰ ਮੈਂ ਤੁਹਾਨੂੰ ਰਿਲੇਟ ਕਰਾਂਗਾ, ਅਗਰ ਤੁਹਾਡੇ ਕੋਲ ਬਾਈਬਲ ਮੌਜੂਦ ਹੈ ਤੇ ਮੁਕਾਸ਼ਫਾ ਦੀ ਕਿਤਾਬ 19 ਬਾਬ ਖੋਲ ਲਓ ਆਪਣੇ ਨਾਲ ਪੈਰਲਲ ਦੇ ਤੌਰ ਤੇ। ਸੋ ਯੂ ਵਿਲ ਸੀ that how the New Testament writer, how they resemble and adopted terminology from this psalm to apply on the coming kingdom of Jesus Christ. That's a fascinating parallel which we can relate with the Psalm 45. Mukashfa 19 bab, book of Revelation chapter 19. और तुसी वेखोगे सारा इंपॉर्टेंट चीज लिखे जी, तू बनी आदम में सबसे हसीन है, तेरे होंठों में लताफत भरी है। अच्छा इंटरेस्टिंग है कि साडे उर्दू च इन्ना लताफत लिखा है, लेकिन एक जड़ा बड़ा एंशिएंट ट्रांसलेशन वो कहता है कि योर लिप्स आर फिल्ड विद ग्रेस। मतलब तेरे मुंह दे विचों ਜਿਹੜੇ ਲਫ਼ਜ਼ ਨਿਕਲਦੇ ਨੇ ਨਾ, ਉਹ ਲਫ਼ਜ਼ ਲੋਕਾਂ ਵਾਸਤੇ ਸੌਫਟਨੈਸ ਹੈ, ਲੋਕਾਂ ਵਾਸਤੇ ਕੰਫਰਟ ਹੈ। ਮਤਲਬ ਪੀਪਲ ਆਰ ਨਾਟ ਹਰਟ ਬਾਈ ਦ ਵਰਡ ਵਿਚ ਯੂ ਆਰ ਯੂਜ਼ਿੰਗ। ਸੋ ਬਾਦਸ਼ਾਹ ਦੀ ਜਿਹੜੀ ਜ਼ੁਬਾਨ ਹੈ, ਬਾਦਸ਼ਾਹ ਦੀ ਜਿਹੜਾ ਅੰਦਾਜ਼ੇ ਗੁਫ਼ਤਗੂ ਹੈ, that give people comfort rather than they feel that they are in a protected place where they are welcome
by the king in the court. ओके जी, नंबर 1 और फिजिकल अपीयरेंस दसी है, सबसे हसीन है, प्रेजेंटेबल है, इसलिए खुदा ने तुझे मुबारक किया, और मुबारक सर थोड़े टाइम ने नहीं किया, हमेशा के लिए, नेवर एंडिंग ब्लेसिंग। ठीक है जी, अगे लिखा हुआ कि ए जबरदस्त, नाउ इट्स अ टाइटल, तू अपनी तलवार को जो तेरी हशमत और शौकत है अपनी कमर से हमायल कर। ओके, हमायल का मतलब है जी अपने कंध दे तलवार बन्नी जाती है ना ਜਿਹੜੀ। सो ਤੁਸੀਂ ਵੇਖੋਗੇ ਕਿ ਜਿਹੜਾ ਇੱਥੇ ਕਨਸੈਪਟ ਹੈ ਉਹ ਇਹ ਵੇ ਕਿ ਜਿਹੜੇ ਤੇਰੀ ਗੁਫ਼ਤਗੂ ਹੈ, ਜਿਹੜੇ ਤੇਰੇ ਲਫ਼ਜ਼ ਨੇ, ਦੇ ਆਰ ਲਾਈਕ ਅ ਸਵਰਡ। ਕਿਹੜੀ ਹੋਰ ਜਗ੍ਹਾ ਤੇ ਨਵੇਂ ਐਦਨਾਮੇ ਦੇ ਵਿੱਚ ਖੁਦਾ ਦੇ ਕਲਾਮ ਨੂੰ ਤਲਵਾਰ ਕਿਹਾ ਗਿਆ ਵੇ? ਯਾਦ ਹੈ ਕੋਈ? ਅੰਕਲ ਜੋਸ਼ਵਾ, सिस्टर ज्योति, कोई याद होता है? या एंजल, या किथे क्या गया? अपना माइक खोल लो अंकल जी, अपना माइक अनम्यूट रखो। याद होता है किथे क्या वे? अच्छा जी, ठीक है जी। याद होता जी तलवार नु किथे होर किथे यूज होया नवे ऐतनामे दे विच? कलाम एज अ स्वॉर्ड। प्रभु दा कलाम दो धारी तलवार बनाने विच, दो धारी तलवार। हियर यू गो, इफ्सियों छठा बाब पौलुस रसूल ने यूज किया। ठीक है, ओके। मुकाशवा 19 बाब दे विच, और उसके मुंह से दो धारी क्या निकलती है? तेज तलवार। कलाम जिहड़ा खुदा दा वे ओनू तलवार दंगरू क्या गया वे। इंटरेस्टिंगली सो तुसीं वेखोगे 19 बाब दे मुकाशवा दे विच और 21 बाब मतलब खुदा दी बादशाही और आने वाला किंग है ओदे बारे च की दस्सिया गया वे। ओके जी, तलवार दा जिक्र असीं वेने आ। सो स्वॉर्ड, और स्वॉर्ड जिहड़ी है हशमत और शौकत। इंटरेस्टिंगली दो होर बड़े पावरफुल वर्ड ने, मैजेस्टी एंड ग्लोरी। और ग्लोरी एंड मैजेस्टी जिहड़ी है ओनू भी मुकाशवा 19 बाब दे विच आउण वाले बादशाह दे नाल की कीता गया, रिलेट कीता गया। सेम वर्डिंग, सेम टाइटल। ਉਹਦੇ ਬਾਅਦ ਜਿਹੜੀ इंपॉर्टेंट चीज है वो की है, और सच्चाई और हिल्म और सदाकत की खातिर अपनी शान और शौकत में इकबाल मंदी से सवार हो। मतलब नॉट द चैरियट, ओके, द कॉन्सेप्ट ऑफ चैरियट। ए जरा तीसरी आयत पढ़े, जरा चौथी आयत पढ़े जरा, इत्थे की 3 लफ्ज यूज होए ने, किहड़ा-किहड़ा लफ्ज है तुहाडे कोल हिंदी च, पंजाबी च? ਅਤੇ ਆਪਣੇ ਉਪਮਾਨ ਨਾਲ ਸਚਾਈ ਅਤੇ ਕੋਮਲਤਾਈ ਅਤੇ ਧਰਮ ਦੇ ਨਿਮਿਤ ਅਸਵਾਰ ਹੋ ਕੇ ਸਫਲ ਹੋ, ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ। हाँ, सिर्फ 3 चीज़ां किहड़ियां ने? सच्चाई, हिल्म और सदाकत। सिस्टर ज्योति तुहाडे कोल की 3 चीज़ां ने? ਤੂੰ ਸਤ, ਦੀਨਤਾ ਅਤੇ ਭਲਾਈ ਲਈ ਆਪਣੀ ਸ਼ਾਹੀ ਜਿੱਤ ਦੀ ਅਸਵਾਰੀ ਕਰ। ओके जी, और दिलचस्प गल है कि चार्ल्स स्पर्जन एक बड़ा मशहूर इंग्लिश प्रीचर सी पिछली सदी दे विच, और ਉਹ ਕਹਿੰਦਾ ਵੇ ਕਿ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਨਾ, ਜਿੱਥੇ ਮੈਂ ਉਰਦੂ ਚ ਪੜਨ ਲੱਗਾ ਵਾਂ, ਹਸ਼ਮਤ ਔਰ ਸ਼ੌਕਤ ਹੈ, ਮਤਲਬ ਮੈਜੈਸਟੀ ਐਂਡ ਗਲੋਰੀ, ਇਹ ਤੇਰੇ ਆਲੇ ਦੁਆਲੇ ਨੇ। ਔਰ ਜਿਹੜੀ ਤੇਰੀ ਸਵਾਰੀ ਹੈ, ਜਿਹੜਾ ਤੇਰਾ ਚੈਰੀਅਟ ਹੈ, ਉਹਦੇ ਅੱਗੇ 3 ਘੋੜੇ ਲੱਗੇ ਹੋਏ ਨੇ, ਸਚਾਈ, ਹਿਲਮ ਔਰ ਸਦਾਕਤ, ਮਾਨੇ ਟਰੁਥ। ਠੀਕ ਹੈ, ਔਰ ਹਿਊਮਿਲਿਟੀ ਐਂਡ ਰਾਈਚਸਨੈਸ। 3 ਚੀਜ਼ਾਂ। ਠੀਕ ਹੈ, और 3 चीज़ां इंज ने कि दिस इज अ चैरियट ऑफ गॉस्पल, और 3 चीज़ां उन्हों गॉस्पल नूं लैके अगे जांदियां ने। अगर गॉस्पल दे विच सच्चाई ना होवे, ट्रुथ ना होवे, अगर उहदे विच ह्यूमिलिटी ना होवे, और अगर उहदे विच राइचसनेस ना होवे, ते गॉस्पल कदी भी अगे नहीं जा सकदी। यसू मसीह आपे कहा सी कि राह, हक और जिंदगी, यानी ट्रुथ, आई एम द ट्रुथ। ठीक है, तो तुसीं वेखियो कि ਇਹ ਵੀ ਜਿਹੜਾ ਵੇ ਕਨਸੈਪਟ, ਦਿਸ ਇਜ਼ ਅਗੇਨ ਇਨਟਾਇਰਡ ਦਿਸ ਸਾਮ 45। ਅੱਗੇ ਦਿਲਚਸਪ ਗੱਲ ਹੈ ਵੇ, तेरा दाहिना हाथ तुझे मुहीब काम दिखाएगा, तेरे तीर तेज हैं, वो बादशाह के दुश्मनों के दिल में लगे हैं। इंटरेस्टिंगली सो इमेजिनेशन वेखण दी पोएट्री दी कि बादशाह जो अपने दोस्तां नाल बोलदा वे, उसके मुंह से लताफत निकलती है, मतलब ही इज फुल ऑफ ग्रेस। ओदे आले दुआले हशमत और ग्लोरी, मैजेस्टी है, और ओदी ਜਿਹੜੀ ਚੈਰੀਅਟ ਹੈ, that's full of truth and humility and righteousness। ਲੇਕਿਨ ਜਦੋਂ ਦੁਸ਼ਮਣਾਂ ਨਾਲ ਗੱਲ ਕਰਦਾ ਵੇ ਤੇ ਉਹਦੀਆਂ ਗੱਲਾਂ ਇੰਜ ਨੇ ਜਿਵੇਂ ਤੀਰ ਜਾ ਕੇ ਦੁਸ਼ਮਣਾਂ ਦੇ ਦਿਲ 'ਚ ਜਾ ਕੇ ਖੁੱਭ ਜਾਂਦੇ ਨੇ। ਔਰ ਤੁਸੀਂ ਵੇਖੋਗੇ ਕਿਹੜੀ ਜਗ੍ਹਾ ਤੇ ਤੁਹਾਨੂੰ 2 ਰੈਫਰੈਂਸ ਨੇ ਨਿਊ ਟੈਸਟਾਮੈਂਟ ਦੇ ਵਿੱਚ, ਜਦੋਂ ਉਹਨਾਂ ਲੋਕਾਂ ਨੇ ਗੱਲਾਂ ਸੁਣੀਆਂ ਤੇ ਕਲਾਮ ਵਿੱਚ ਲਿਖਿਆ ਵੇ ਕਿ ਉਹਨਾਂ ਦੇ ਦਿਲ ਕੀ ਹੋ ਗਏ, ਉਹਨਾਂ ਦੇ ਦਿਲਾਂ ਤੇ ਚੋਟ ਲੱਗੀ। ਯਾਦ ਆਇਆ ਕੋਈ ਰੈਫਰੈਂਸ ਨਵੇਂ ਆਦਨਾਮੇ ਦੇ ਵਿੱਚ? Okay, I'll help you. Eid Pentecost ਵਾਲੇ ਦਿਨ, Book of Acts chapter 2, ਜਦੋਂ ਪਤਰਸ ਨੇ ਪਹਿਲੀ ਤਕਰੀਰ ਕੀਤੀ ਹੈ, ਪਹਿਲਾ ਕਲਾਮ ਸੁਣਾਇਆ ਵੇ, 3000 ਲੋਕਾਂ ਨੇ ਬਪਤਿਸਮਾ ਲਿਆ ਵੇ,
ਤੇ ਉੱਥੇ ਲਿਖਿਆ ਵੇ ਜਬ ਉਹਨਾਂ ਨੇ ਇਹ ਸੁਨਾ ਤਾਂ ਉਨਕੇ ਦਿਲ ਪਰ ਕਿਆ ਲਗੀ, ਚੋਟ ਲਗੀ, ਮਤਲਬ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਹੋਇਆ, ਮਤਲਬ ਦੇ ਟ੍ਰਾਂਸਫਾਰਮਡ, ਦੇ ਚੇਂਜਡ। ਸੋ ਉਮਤਾਂ, ਉਹ ਕਹਿੰਦਾ ਬਾਦਸ਼ਾਹ ਦੇ ਦੁਸ਼ਮਣਾਂ ਦੇ ਅੱਗੇ ਲੱਗਦੀ ਹੈ ਔਰ ਫਿਰ ਉਮਤਾਂ ਤੇਰੇ ਸਾਹਮਣੇ ਕੀ ਹੋ ਜਾਂਦੀਆਂ ਨੇ, ਤੇਰੇ ਸਾਹਮਣੇ ਡਿੱਗ ਪੈਂਦੀਆਂ ਨੇ। ਅੱਗੇ ਜਿਹੜੀ ਇੰਪੋਰਟੈਂਟ ਚੀਜ਼ ਹੈ ਵੇਖੋ 6ਵੀਂ ਆਇਤ ਹੈ। ਸਿਸਟਰ ਜਿਓਤੀ, ਅੰਕਲ ਜੋਸ਼ਵਾ, ਤੁਸੀਂ ਅਗਰ ਇਬਰਾਨੀਓ ਪਹਿਲਾ ਬਾਬ ਖੋਲੋ ਔਰ ਉਹਦੀ 8ਵੀਂ ਆਇਤ ਜ਼ਰਾ ਪੜ੍ਹਿਓ। ਇਬਰਾਨੀਓ ਦੇ ਨਾਂ ਖਤ ਪੌਲੁਸ ਰਸੂਲ ਦਾ ਨਵੇਂ ਅਹਿਦਨਾਮੇ ਦੇ ਵਿੱਚ ਬੁੱਕ ਆਫ ਹਿਬਰੂ ਚੈਪਟਰ 1 ਵਰਸ 8। ਔਰ ਜਿਵੇਂ ਅਸਾਂ ਕੱਲ ਪੜ੍ਹਿਆ ਸੀ, ਪੌਲੁਸ ਰਸੂਲ ਨੇ ਜ਼ਬੂਰ 44 ਦੀ ਸੇਮ ਆਇਤ ਜਿਹੜੀ ਹੈ ਉਹਨੂੰ ਕੋਟ ਕੀਤਾ ਸੀ ਰੋਮੀਓ ਦੇ ਖਤ ਦੇ ਵਿੱਚ। ਬਿਲਕੁਲ ਇਸੇ ਤਰ੍ਹਾਂ ਇਬਰਾਨੀਓ ਦੇ ਖਤ ਦੇ ਮੁਸੰਨਫ ਨੇ ਜ਼ਬੂਰ 45 ਦੀ ਜਿਹੜੀ 6ਵੀਂ ਆਇਤ ਹੈ ਇਹਨੂੰ ਸੇਮ ਕਾਪੀ ਪੇਸਟ ਕੀਤਾ ਵੇ ਇਬਰਾਨੀਓ ਦੇ ਖਤ ਦੇ ਵਿੱਚ। ਕੱਢਿਆ ਜਰਾ ਪੜ੍ਹਿਓ, ਹਾਂ, ਪਹਿਲੇ ਬਾਬ ਦੀ 8ਵੀਂ ਆਇਤ ਇਬਰਾਨੀਓ। ਪਰ ਪੁੱਤਰ ਦੇ ਬਾਰੇ ਉਹ ਇਸ ਤਰ੍ਹਾਂ ਕਹਿੰਦਾ ਹੈ, हे परमेश्वर, तेरा सिंहासन अनंत काल तक स्थिर रहेगा, तेरा राजदंड तेरे भले राजदंड है। हाँ जी, 9वीं आयत भी पढ़ दो। इन्होंने पास जी 1 मिनट जरा दस्योगे इब्रानियों। हाँ, पहला बाब 8वीं आयत, 8वीं और 9वीं। हाँ जी, हिब्रू, बुक ऑफ हिब्रू, इब्रानियों दा नाम खत। हाँ जी, चैप्टर 1 वर्स 8 and 9। पर पुत्र दे विखे तेरा सिंहासन जुगो जुग परमेश्वर है ਅਤੇ ਸਦਿਆਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ। ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ, ਇਸ ਲਈ ਤੇਰੇ ਪਰਮੇਸ਼ਵਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ ਹੈ। ਇਬਰਾਨੀਓ ਪੜ੍ਹ ਰਹੇ ਹੋ ਨਾ? ਇਬਰਾਨੀਓ ਪੜ੍ਹਿਆ ਜੇ? ਹਾਂਜੀ ਸਿਸਟਰ ਜੋਤੀ, ਤੁਹਾਂ ਵੀ ਇਬਰਾਨੀਓ ਪੜ੍ਹਿਆ, ਠੀਕ ਹੈ ਨਾ? ਹੁਣ ਜ਼ਬੂਰ 45 ਦੀ 6ਵੀਂ 7ਵੀਂ ਆਇਤ ਪੜ੍ਹੋ। परमेश्वर तो मिलिया तेरा सिंहासन हमेशा तक रहेगा, तेरा राजदंड न्याय दा राज है। तू सच्चाई नूं प्यार कीता अते दुष्टां नूं घिरना, इसे लिए तेरे परमेश्वर ने तैनूं तेरे भरावां विचों चुन लिया अते तेरा अनंत दे तेल नाल अभिषेक कीता है। Interestingly, see why this is known as a messianic kingdom, messianic king. That's why it's called a royal psalm. That's why it is applicable to Jesus Christ, क्योंकि नवे ऐदनामे दे मुसन्नफां ने सेम ऐसे आयत ਨੂੰ ਖੁਦਾਵੰਦ ਯਿਸੂ ਮਸੀਹ ਦੇ ਇੰਟਰੋਡਕਸ਼ਨ ਵਾਸਤੇ ਕੀ ਕੀਤਾ ਵੇ, ਪੇਸ਼ ਕੀਤਾ ਵੇ। That's how we know that this is a royal messianic psalm. So ਅਸੀਂ ਵੇਖਦੇ ਆ ਕਿ ਇੱਥੇ ਇਸ ਸੈਕਸ਼ਨ ਦੇ ਵਿੱਚ ਆ ਕੇ ਤੇ ਜਿਹੜਾ ਬਾਦਸ਼ਾਹ ਵੇ ਉਹ ਸਾਡੇ ਸਾਹਮਣੇ ਅਨਫੋਲਡ ਹੋ ਗਿਆ ਵੇ ਕਿ ਜਿਹੜਾ ਮਸੀਹਾ ਆਉਣਾ ਹੀ, ਜਿਹੜਾ ਮਿਸਟਰੀ ਸੀ ਬਨੀ ਇਸਰਾਇਲ ਕੌਮ ਲਈ, ਜਿਹੜਾ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਕੌਣ ਹੈ, ਉਹ ਸਾਨੂੰ ਨਵੇਂ ਐਦਨਾਮਾ ਜਾ ਕੇ ਤੇ ਉਸ ਮਿਸਟਰੀ, ਉਸ ਤੇ ਪਰਦਾ ਚੁੱਕਦਾ ਵੇ ਔਰ ਦੱਸਦਾ ਵੇ। ਉਹ ਪਰਦੇ ਚੁੱਕਣ ਤੋਂ ਮੈਨੂੰ ਯਾਦ ਆਇਆ, ਦੁੱਲਾ ਜਦੋਂ ਪਹੁੰਚਦਾ ਵੇ ਤਾਂ ਉਹਦਾ ਕੀ ਹੁੰਦਾ ਵੇ? ਠੀਕ ਹੈ, ਸਿਹਰਾ ਪਾਇਆ, ਸਿਹਰਾ ਲੱਗਾ ਹੁੰਦਾ। ਹਾਂਜੀ, ਸਿਹਰਾ ਕੌਣ ਚੁੱਕਦਾ ਹੈ? ਹਾਂਜੀ, ਸਾਡੇ ਕੰਟੈਕਸਟ ਵਿੱਚ ਕੌਣ ਚੁੱਕਦਾ ਸਿਹਰਾ? ਅੰਕਲ ਜੀ, ਤੁਹਾਡਾ ਕਿਹਨੇ ਚੁੱਕਿਆ ਸੀ? ਮੈਨੂੰ ਤਾਂ ਯਾਦ ਨਹੀਂ ਜੀ। ਮੇਰਾ ਸਹੁਰਿਆਂ ਚੋਂ ਕੋਈ ਆਉਂਦਾ, ਸਾਲੀ ਆਂਦੀ ਹੈ ਕਿ ਕੌਣ ਆਉਂਦਾ? ਨਾ ਸੱਸ ਹੁੰਦੀ ਜੇ ਜ਼ਿੰਦਾ ਹੋਏ ਤੇ। ਹਾਂਜੀ, ਅੱਛਾ ਅੱਛਾ। ਹਾਂਜੀ, ਮੇਰਾ ਤਾਂ ਮੇਰੀ ਸੱਸ ਨੇ ਚੁੱਕਿਆ ਸੀ ਤੇ ਉਹਦੇ ਬਾਅਦ ਸਾਲੀਆਂ ਦੁੱਧ ਵੀ ਭੁੱਲ ਗਿਆ ਤਾਂ ਹੁਣ ਕਿੰਨੇ ਭਾਈ ਸਾਹਿਬ ਕਿੰਨੇ ਸਾਲ ਤਾਂ ਹੋ ਗਏ ਵਿਆਹ ਹੋਏ ਨੂੰ ਤੇ ਭੁੱਲ ਗਿਆ ਤਾਂ। ਓਕੇ, ਐਨੀਵੇ, ਲੇਕਿਨ ਚਲੋ ਅਸੀਂ ਭੈਣਾਂ ਕੋ ਪੁੱਛਨੇ ਆ। ਹਾਂਜੀ ਸਿਸਟਰ ਜਿਓਤੀ, ਕੌਣ ਸਿਹਰਾ ਕੌਣ ਚੁੱਕਦਾ ਹੈ? ਸਿਹਰਾ ਜੀ ਸਾਡੇ ਲੜਕੇ ਵੱਲੋਂ ਤਾਂ ਲੜਕੇ ਦੀ ਭੈਣ ਚੁੱਕਦੀ ਆ ਜਦੋਂ ਉੱਥੇ ਬੰਦੇ ਆ। ਹਾਂਜੀ, ਓਕੇ। ਤੇ ਜੀਜਾ ਜਿਹੜਾ ਉਹਨਾਂ ਦਾ ਜੀਜਾ ਹੁੰਦਾ ਉਹ ਵੀ ਚੱਕ ਦਿੰਦਾ। ਨਹੀਂ, ਜਦੋਂ ਬਰਾਤ ਪਹੁੰਚ ਗਈ ਏ, ਕੁੜੀ ਵਾਲਿਆਂ ਦੇ ਘਰ ਔਰ ਉਹਨਾਂ ਪਾ ਦਿੱਤਾ ਵੇ ਦੁੱਲੇ ਨੂੰ, ਦੁੱਲਾ ਸਾਹਿਬ ਨੇ ਸਿਹਰਾ ਬੰਨਿਆ, ਹਲੇ ਪਤਾ ਨਹੀਂ ਚਿਹਰੇ ਦੇ ਪਿੱਛੇ, ਸਿਹਰੇ ਪਿੱਛੇ ਕੌਣ ਹੈ, ਠੀਕ ਹੈ ਨਾ? ਤੇ ਉਹ ਸਿਹਰਾ ਜਾ ਕੇ ਸਾਡੇ ਪਾਕਿਸਤਾਨ ਦੇ ਵਿੱਚ ਤੇ ਮੈਂ ਵੇਖਿਆ ਵੇ ਕਿ ਸਾਡੇ ਪੰਜਾਬੀ ਕੰਟੈਕਸਟ ਦੇ ਵਿੱਚ ਉੱਥੇ ਸੱਸ ਹੁੰਦੀ ਹੈ ਔਰ ਉਹ ਜਿਹੜੀ ਹੈ ਨਾ ਉਹ ਸਿਹਰਾ ਚੁੱਕਦੀ ਹੈ, ਰੁਮਾਲ ਸ਼ਮਾਲ ਨਾਲ ਸਿਹਰਾ ਬੰਨ੍ਹਦੀ ਹੈ। ਹਾਂਜੀ, ਉਹੀ ਸੱਸ ਸਹੁਰਾ ਦੋਨੇ। ਅੱਛਾ, ਦੋਵੇਂ ਜਦੋਂ ਸਗਨ ਪਾਉਂਦੇ ਆ, ਮਤਲਬ ਚੈੱਕ ਕਰਦੇ ਨੇ ਬੰਦਾ ਠੀਕ ਹੈ ਨਾ, ਬਦਲ ਤੇ ਨਹੀਂ ਗਿਆ? ਵੀ ਉਹੀ ਹੈ ਕਿ ਬਦਲ ਗਿਆ, ਬਦਲ ਤੇ ਨਹੀਂ ਗਿਆ। ਐਨੀਵੇ, ਸੋ ਅਸੀਂ ਵੇਖਣ ਡਏ ਆ ਕਿ 8ਵੀਂ ਆਇਤ ਤੱਕ ਪਹੁੰਚਦਿਆਂ ਸਾਡੇ ਸਾਹਮਣੇ ਜਿਹੜਾ ਦੂਲਾ ਵੇ, ਜਿਹੜਾ ਮੈਸਿਆਨਿਕ ਕਿੰਗ ਹੈ, ਜਿਹੜਾ ਉਹਦਾ ਸਿਹਰਾ ਕੀ ਕੀਤਾ ਗਿਆ ਵੇ?
ਚੁੱਕ ਦਿੱਤਾ ਗਿਆ ਵੇ ਔਰ ਜਿਹੜਾ ਭੇਦ ਸੀ ਉਹ ਕਿਹੜਾ ਬਾਦਸ਼ਾਹ ਵੇ ਕੌਣ ਹੋਏਗਾ that has been unfolded now to the world ਨਿਊ ਟੈਸਟਾਮੈਂਟ ਦੇ ਵਿੱਚ ਆ ਕੇ ਉਹ ਦੁੱਲਾ ਪੂਰੀ ਦੁਨੀਆ ਸਾਹਮਣੇ ਕੀ ਹੋ ਗਿਆ ਜ਼ਾਹਿਰ ਹੋ ਗਿਆ ਵੇ ਤੁਹਾਨੂੰ ਯਾਦ ਹੈ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਕੀ ਕਿਹਾ ਸੀ ਉਹਨੇ ਕਿਹਾ ਸੀ ਜੀ ਜਿਸਕਾ ਦੁੱਲਾ ਹੈ ਉਸकी क्या है दुल्हन है कहता जी दूल्हा का दोस्त मुंडे वाले दूल्हा का दोस्त जो दूल्हे के साथ खड़ा है वो दूल्हे को देखकर क्या होता है खुश होता है ठीक है तो जॉन द बैप्टिस्ट कह रहा है कि मैं कुड़ी वाले वालों नहीं जी मैं मुंडे वाले वालों हाँ ठीक है तो मैं दूल्हे का दोस्त हाँ इसलिए मेरे लो जेड़ा बर्रा वे या यसु मसीह जेड़ा वे दुल्हन ओदी है एंड आई एम स्टैंडिंग विद हिम एज अ बेस्ट बॉय और द बेस्ट मैन of the wedding ceremony ठीक है so ਅਸੀਂ ਵੇਖਦੇ ਹਾਂ ਕਿ दूल्हा is unfold now ਔਰ ਪੌਲੁਸ ਰਸੂਲ ਨੇ ਵੀ ਐਸੇ ਇਮੇਜ ਨੂੰ ਯੂਜ਼ ਕੀਤਾ ਹੈ ਜਦੋਂ ਉਹ ਕਲੀਸਿਆ ਦੇ ਬਾਰੇ ਇਫਸੀਓਨ ਦੇ ਖੱਤ ਦੇ ਵਿੱਚ ਪੰਜਵੇਂ ਬਾਬ ਦੇ ਜਦੋਂ ਕਲੀਸਿਆ ਔਰ ਯਿਸੂ ਮਸੀਹ ਦੇ ਰਿਸ਼ਤੇ ਨੂੰ ਬੰਨਦਾ ਵੇ ਜਦੋਂ ਤੇ ਉਹ ਉਦੋਂ ਬਿਲਕੁਲ ਸੇਮ ਇਮੇਜਰੀ ਯੂਜ਼ ਕਰਦਾ ਵੇ now we entered part 2 ਦੇ ਵਿੱਚ ਜਿਹੜਾ ਵੇ ਹੁਣ ਜਨਾਬ ਜਿਹੜਾ ਫੀਮੇਲ ਹੈ ਘਰ ਦੀਆਂ ਜਿਹੜੀਆਂ ਸ਼ਹਿਜ਼ਾਦੀਆਂ ਤੇ ਮਲਕਾ ਉਹਦਾ ਇੰਟਰੋਡਕਸ਼ਨ ਦਿੱਤਾ ਗਿਆ ਵੇ ਉਹਨਾਂ ਦਾ ਡਰੈਸ ਸਭਸੇ ਇੰਪੋਰਟੈਂਟ ਚੀਜ਼ ਜਿਹੜਾ ਵੇ ਦਾ ਸਟੇਟਸ ਦੇ ਮੌਜ਼ਜ਼ ਖਵਾਤੀਨ ਮਤਲਬ ਦੇ ਆਰ ਰਿਸਪੈਕਟੇਬਲ ਵੂਮਨ ਉਹਨਾਂ ਦਾ ਜਿਹੜਾ ਡਰੈਸ ਹੈ ਦੈਟਸ ਨਾਟ ਓਨਲੀ ਅ ਐਕਸਟਰਨਲ ਬਿਊਟੀ ਬਟ ਦੈਟ ਇਜ਼ ਅ ਸਟਰੈਂਥ ਆਫ ਦ ਕੈਰੈਕਟਰ that is what their kindness it shows the beauty of the inner soul ਜਿਹੜੀ ਇਹ ਉਹਨੂੰ ਡਰੈਸ ਦੇ ਨਾਲ ਰਲਾ ਕੇ ਤੇ ਉਹਨੂੰ ਜਨਾਬ ਉਹਨੂੰ ਪੇਸ਼ ਕੀਤਾ ਗਿਆ ਵੇ ਤੇਰੀ ਮੌਜ਼ਜ਼ ਖਵਾਤੀਨ में ਸ਼ਾਹਜ਼ਾਦੀਆਂ ਹੈ ਰਿਸਪੈਕਟੇਬਲ ਲੇਡੀਜ਼ और मलका लिखा हुआ मलका जड़ी है तेरे दाने हाथ और फेर के सोने से आरास्ता खड़ी है and then now we entered to the bride now we are entering to the and introducing to the bride और bride नु की किया गया वे क्या बेटी सुन ले ते गौर कर ते कान लगा तीन चीजें हैं जी सुनना फर्क चीज है ਅਸੀਂ ਦਿਨ ਵਿੱਚ ਬੜੀਆਂ ਆਵਾਜ਼ਾਂ ਸੁਣਨੇ ਆ ਕੁੱਤੇ ਦੀ ਆਵਾਜ਼ ਸੁਣਨੇ ਆ ਗੱਡੀ ਦੇ ਹਾਰਨ ਦੀ ਆਵਾਜ਼ ਸੁਣਨੇ ਆ ਕਿਤੇ 뮤직 ਲੱਗਾ ਉਹ ਸੁਣਨੇ ਆ ਲੇਕਿਨ गौर कर लिसनिंग एंड मेडिटेटिंग सो सुनना और फिर उस सुनन ते गौर करना और उसके बाद की लगाना कान लगान दा मतलब है वे कि you chew that you meditate that ठीक है और ਜਿਹੜਾ ਮੈਡੀਟੇਸ਼ਨ ਹੈ ਉਹਨੂੰ ਤਰਸ਼ਬੀਹ ਦਿੱਤੀ ਗਈ ਹੈ ਅਸੀਂ ਪੰਜਾਬੀ ਕਲਚਰ ਦੇ ਵਿੱਚ ਵੇਖਿਆ ਵੇ ਕਿ ਜਦੋਂ ਮੱਝ ਜਾਂ ਗਾਂ ਚਾਰਾ ਖਾ ਲੈਂਦੀ ਹੈ ਨਾ ਉਹਦੇ ਬਾਅਦ ਕੀ ਕਰਦੀ ਹੈ ਉਹ ਆਰਾਮ ਨਾਲ ਬਹਿ ਕੇ ਤੇ ਉਹਨੂੰ ਕੀ ਕਰਦੀ ਰਹਿੰਦੀ ਹੈ ਜੁਗਾਲੀ ਕਰਦੀ हाँ और ਉਹਦੇ ਵਾਈਟ ਕਲਰ ਦੀ ਝੱਗ ਨਿਕਲਦੀ ਉਹਦੇ ਮੂੰਹ ਚੋਂ ਇਟ ਮੀਨਸ ਕਿ ਨਾਓ ਦ ਫੂਡ ਵਿਚ ਦੈਟ ਕਾਊ ਔਰ ਬਫਲੋ ਔਰ ਵਾਟਐਵਰ ਦ ਐਨੀਮਲ ਡੋਮੈਸਟਿਕ ਐਨੀਮਲ ਉਹਨੇ ਜੋ ਵੀ ਖਾਦਾ ਵੇ ਨਾਓ he or she is digesting or ghazaa ਵੇ now it's transforming into an energy to the body the same way ਕਿਹਾ ਕਿ ਐ ਬੇਟੀ ਸੁਣ ਗੌਰ ਕਰ ਔਰ ਕੰਨ ਲਗਾ ਕਾਦੇ ਲਈ ਆਪਣੀ ਕੌਮ ਤੇ ਆਪਣੇ ਬਾਪ ਦੇ ਘਰ ਨੂੰ ਕੀ ਕਰ Interestingly, memory, now you have a new relationship, now you have a new responsibility, now you have a new status and now you have a new role to play. That's why ਸਾਡੇ ਕਲਚਰਲ ਗੱਲ ਹੈ ਵੇ ਅਸੀਂ ਚੋਕੇ ਏਡੀ ਛੇਤੀ ਖੜਾ ਨਹੀਂ ਛੱਡਦੇ ਕੁੜੀਆਂ ਵਿਆਹ ਵੀ ਜਾਣ ਤੇ ਫਿਰ ਵੀ ਪਹੁੰਚ ਉਹਨਾਂ ਦੇ ਘਰਾਂ 'ਚ ਵੜੇ ਰਹਿੰਦੇ ਜਾਂ ਅਸੀਂ ਉਹਨਾਂ ਦੇ ਕੋਲ ਟੁਰਦੇ ਰਹਿੰਦੇ ਹਾਂ ਔਰ ਬਹੁਤ ਜ਼ਿਆਦਾ ਅਸੀਂ ਵੇਖਿਆ ਵੇ ਕਿ ਸਾਡੇ ਘਰ ਦੇ ਲੋਕ ਸਾਡੇ ਕਲਚਰ ਦੇ ਵਿੱਚ ਬਹੁਤ ਜ਼ਿਆਦਾ ਇਨਫਲੂਐਂਸ ਕਰਦੇ ਨੇ ਪੇਕੇ ਵਾਲੇ ਕੁੜੀ ਦੇ ਸਸੁਰਾਲ ਦੇ ਵਿੱਚ ਵੀ ਮਤਲਬ ਜਿੱਥੇ ਉਹਨਾਂ ਦਾ ਵਸ ਚੱਲ ਸਕੇ ਸੋ ਦੈਟਸ ਆਵਰ ਕਲਚਰਲ ਸਟਫ ਲੇਕਿਨ ਬੇਟੀ ਨੂੰ ਕੀ ਕਿਹਾ ਗਿਆ ਵੇ you have a new role to play, you have a new place, you have a new status, you have a new relationship now. That's why forget the previous things. ਜਿਹੜਾ ਨਵਾਂ ਰੋਲ ਹੈ ਅਸੀਂ ਨੂੰ ਵੇਖਦੇ ਆ ਕਿ ਖੁਦਾਵੰਦ ਵੀ ਫਰਮਾਂਦਾ ਵੇ ਪੁਰਾਣੀ ਬਾਤੋਂ ਕੋ ਕਿਆ ਕਰੋ ਭੁੱਲ ਜਾਓ ਦੇਖੋ ਮੈਂ ਨया काम करूंगा ਭੁੱਲ ਜਾਓ ਔਰ ਬੀਇੰਗ ਖੁਦਾ ਦੇ ਲੋਕ ਹੁੰਦੇ ਆ ਇਹਦਾ ਮਤਲਬ ਹੈ ਵੀ ਇਹ ਕਿ ਜਿਹੜੀ ਸਾਡੀ ਪੁਰਾਣੀ ਗੁਨਾਹ ਆਲੂਦਾ ਜ਼ਿੰਦਗੀ ਸੀ ਜਿਹੜੀ ਸਾਡੀ ਪੁਰਾਣੀ ਗੰਦਗੀ ਵਾਲੀ ਜ਼ਿੰਦਗੀ ਸੀ ਜਿਹੜੀ ਸਾਡੀ ਪੁਰਾਣੀ ਲਾਈਫ ਸੀ ਉਹਨੂੰ ਹੁਣ ਕੀ ਕਰੀਏ ਉਹਨੂੰ ਹੁਣ ਭੁੱਲ ਜਾਓ ਐਸੇ ਚੀਜ਼ ਨੂੰ ਪਤਰਸ ਮੇਰੇ ਖਿਆਲ ਵਿੱਚ ਪੇਸ਼ ਕਰਦਾ ਵੇ ਕਿ ਉਹਨੇ ਜਾਂ ਪੌਲੁਸ ਰਸੂਲ ਨੇ ਕਨਸੈਪਟ ਪੇਸ਼ ਕੀਤਾ ਵੇ ਕਿ ਪਾਕ ਔਰ ਬੇਅਬ ਦਾਗ ਤੋਂ ਬਗੈਰ ਦੁਲਹਨ ਬਣਾ ਕੇ ਸਾਨੂੰ ਖੁਦਾ ਦੇ ਸਾਹਮਣੇ ਕੀ ਕਰੇ ਪੇਸ਼ ਕਰੇ ਠੀਕ ਹੈ ਸੋ ਦੈਟਸ ਦ ਕਨਸੈਪਟ ਓਵਰ देयर अगले है जी बादशाह तेरे हुस्न का मुश्ताक होगा क्योंकि वो तेरा खुदा है खुदावंद है तू उसे सजदा कर हेयर इंटरेस्टिंग रिलेशनशिप जी ਤੁਹਾਨੂੰ ਪਤਾ ਵੇ ਖੁਦਾਵੰਦ ਔਰ ਖਾਵੰਦ ਇਹਨਾਂ ਦੋਵਾਂ ਦੇ ਵਿੱਚ ਸਿਰਫ ਕਿਹੜੀ ਸ਼ੈ ਦਾ ਫਰਕ ਹੈ ਕਿਹੜਾ ਹਿਜਾ ਆ ਗਿਆ ਕਿਹੜਾ ਅਲਫਾਬੈਟ ਆ ਗਿਆ ਖਾਵੰਦ ਤੇ ਖੁਦਾਵੰਦ ਸਿਰਫ ਸਾਡੇ ਪਰਸ਼ੀਅਨ ਔਰ ਅਰਬੀ ਉਰਦੂ ਦੇ ਵਿੱਚ ਸਿਰਫ ਦਾਲ ਪਿਆ ਵੇ ਸਿਰਫ ਦਾਲ ਅਗਰ ਦਾਲ ਨੂੰ ਹਟਾ ਦੋ
ਤੇ ਖਾਵੰਦ ਤੇ ਖੁਦਾਵੰਦ। So you can see that, ਠੀਕ ਹੈ। ਕਿਸੇ ਬੰਦੇ ਨੇ ਕਿਹਾ ਸੀ ਜੀ ਕਿ ਸ਼ੌਹਰ ਦਾ ਮਤਲਬ ਹੈ ਸ਼ੋਹਰ, ਠੀਕ ਹੈ ਨਾ, ਮਤਲਬ ਇਹ ਖਾਵੰਦ ਦਾ ਕੰਮ ਹੈ ਕਿ ਆਪਣੀ ਵਾਈਫ ਨੂੰ ਸ਼ੋ ਕਰੇ, ਮਤਲਬ ਉਹਨੂੰ ਉਹਦੀ ਇੱਜ਼ਤ ਕਰੇ, ਰਿਸਪੈਕਟ ਕਰੇ ਉਹਦੀ। ਲੇਕਿਨ ਇੱਥੇ ਬੇਟੀ ਨੂੰ ਕਿਹਾ ਗਿਆ ਵੇ ਕਿ ਤੁਹਾਨੂੰ ਯਾਦ ਹੈ ਪੌਲੁਸ ਰਸੂਲ ਨੇ ਜ਼ਿਕਰ ਕੀਤਾ ਵੇ ਔਰ ਉਹ ਬਿਆਨ ਕਰਦਾ ਵੇ ਕਿ ਜਿਹੜੀ ਮਾਂ ਸਾਰਾ ਸੀ ਉਹ ਵੀ ਬਾਪ ਇਬਰਾਹਿਮ ਨੂੰ ਕੀ ਕਹਿੰਦੀ ਸੀ, ਖੁਦਾਵੰਦ, ਐ ਮੇਰੇ ਮਾਲਿਕ ਕਹਿ ਕੇ ਬੁਲਾਉਂਦੀ ਸੀ। ਦਾ ਰਿਸਪੈਕਟ ਜਿਹੜੀ ਹੈ। ਸੋ ਸ਼ੌਹਰਾਂ ਨੂੰ ਕਿਹਾ ਗਿਆ ਵੇ ਕਿ ਉਹ ਆਪਣੀ ਬੀਵੀਆਂ ਦੀ ਕੀ ਕਰਨ, ਉਹਨਾਂ ਦੀ ਪ੍ਰੋਟੈਕਸ਼ਨ ਕਰਨ, ਉਹਨਾਂ ਦੀ ਰਖਵਾਲੀ ਕਰਨ, ਉਹਨਾਂ ਦੀ ਜ਼ਰੂਰਤਾਂ ਦਾ ਖਿਆਲ ਰੱਖਣ। treat them just like a fragile kind of a instrument or kind of a fragile piece of artwork ਜਿਹੜਾ ਉਹਨਾਂ ਨੂੰ ਦਿੱਤਾ ਗਿਆ ਵੇ। ਔਰ ਬੀਵੀਆਂ ਨੂੰ ਕਿਹਾ ਗਿਆ ਵੇ ਕਿ ਉਹ ਆਪਣੇ ਸ਼ੌਹਰ ਦੀ ਕੀ ਕਰਨ, ਇੱਜ਼ਤ ਕਰਨ ਔਰ ਰਿਸਪੈਕਟ ਕਰਨ ਔਰ ਉਹਦੀ ਤਾਬੇਦਾਰੀ ਦੇ ਵਿੱਚ। This is not a concept of a slave, not a concept of a superior or inferior. It's a concept of a mutual respect and understanding for the cause and the purpose which God has given. Okay ji, so let's go to the last ਇਹਦੇ ਬਾਅਦ ਤੁਸੀਂ ਵੇਖੋਗੇ ਇਹਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਔਰ ਉਹ ਕੀ ਹੈ, ਕੁਮਾਰੀ ਸਹੇਲੀਆਂ, ਠੀਕ ਹੈ ਜੀ, the virgins। ਔਰ ਤੁਹਾਨੂੰ ਯਾਦ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਮੱਤੀ 5 ਬਾਬ ਦੇ ਵਿੱਚ 10 ਕੁਵਾਰੀਆਂ ਦੀ ਤਮਸੀਲ ਸੁਣਾਈ ਸੀ, ਠੀਕ ਹੈ, ਜਿਹੜੀਆਂ ਕਿ ਦੁੱਲੇ ਦੇ ਇਸਤਕਬਾਲ ਲਈ ਤਿਆਰ ਸਨ, ਲੇਕਿਨ ਪੰਜਾਂ ਕੋਲ ਕੁੱਪੀਆਂ 'ਚ ਤੇਲ ਹੀ ਕੋਈ ਨਹੀਂ ਸੀ। ਉਹ ਐਡੀਆਂ ਸਿਆਣੀਆਂ ਪਈਆਂ, ਉਹਨਾਂ ਕਿਹਾ ਜੀ ਉੱਥੇ ਜਾ ਕੇ ਚਾਰਜਰ ਲੱਭ ਲਾਂਗੇ, ਉਹਨਾਂ ਚਾਰਜ ਹੀ ਨਾ ਕੀਤੇ, ਠੀਕ ਹੈ, ਤੇ ਬਾਅਦ ਚੋਂ ਲਾਈਟ ਕੋਈ ਨਾ, ਉਹ ਦੂਜੀਆਂ ਕੋ ਮੰਗਣ ਮੈਨੂੰ ਵੀ ਚਾਰਜਰ ਦੇ ਦੋ, ਉਹਨਾਂ ਦਿੱਤੇ ਹੀ ਕੋਈ ਨਾ। ਉਹਨਾਂ ਕਿਹਾ ਭਾਈ ਜਾ ਕੇ ਲਓ, ਸਾਡੇ ਵਾਸਤੇ ਸਾਡੀ ਹੀ ਬੈਟਰੀ ਮੁੱਕ ਜਾਏਗੀ। ਸੋ लिखा जी बादशाह के महल में दाखिल होंगी और नाउ व्हाट इज द पर्पस ऑफ ऑल दिस, मतलब है सारे खिलारे दा, ए सारे शाही बादशाही दा और सारी शादी दा और सारे दुल्हन और सारा एडा वड्डा खिलारा, एडा वड्डा जानदा, व्हाट इज द पर्पस एक्चुअली, व्हाई गॉड इज डूइंग ऑल दिस, ठीक है। द इंपॉर्टेंट थिंग इज लिखा वे 16वीं आयत आखिरी पार्ट जैसे दाखिल हो गए हैं, तेरे बेटे तेरे बाप दादा के जानशीन होंगे और तू तमाम रूए जमीन पर सरदार मुकर्रर करेगा। अगेन मुकाशफा 5 बाब दी पहली आयत, 5वें बाब दी आयत दे विच कि खुदा जिहड़ी बादशाही खड़ी करेगा, ਉਹਦੇ ਵਿੱਚ रॉयल प्रीस्टहुड ਜਿਹੜੀ शाही कायना दा फिरका होएगा, that is God is going to raise through the church। और आखिरी ਜਿਹੜੀ इंपॉर्टेंट चीज है कि ये मैं तेरे नाम की याद को, द मेमोरी द ਜਿਹਨੂੰ ਕਿਹਾ ਜਾਂਦਾ ਨਾ ਕਿ यादगार ਜਿਹੜੀ है नस्ल दर नस्ल की रखांगा, कायम रखांगा, इसलिए उम्मतें अब्दुल आबाद तेरी क्या करेंगी, शुक्रगुजारी करेंगी। The concept is global expansion of God's kingdom, और global expansion है that will expand by the next generation of kingdom kids। अगर असी kingdom kids next generation ਜਿਹੜੀ है अगर असी ਉਹਨੂੰ ਤਿਆਰ ਨਹੀਂ ਕਰਦੇ खुदा ਦੀ ਬਾਦਸ਼ਾਹ ਲਈ, ਤੇ ਮੇਰੇ ਜੀਦੋ ਸਾਡੇ ਸਾਰੀ ਬਰਕਤਾਂ ਦਾ, ਸਾਡੇ ਸਾਰੇ ਖੁਦਾ ਦੀ ਖਿਦਮਤ ਕਰਨ ਦਾ, ਸਾਡਾ ਸਾਰਾ ਕੁਝ ਕਰਨ ਦਾ, the purpose will be die। God always see the next generation as the new level of the of kingdom minded people, and then they reach out to the kingdoms। मैं अक्सर चैलेंज देना वा ਜਿਹੜੇ ਸਾਡੇ ਸੁਣਨ ਵਾਲੇ ਜਾਂ ਕ੍ਰਿਸਚੀਅਨ ਦੇ ਲੋਕ ਨੇ ਕਿ ਅਸੀਂ ਜਿਹੜੇ ਇੰਡੀਆ ਪਾਕਿਸਤਾਨ ਤੋਂ ਜਾਂ ਗਰੀਬ ਮੁਲਕਾਂ ਦੇ ਵਿੱਚੋਂ ਅਸੀਂ ਕਵਾਂਗੇ ਜਿਹੜੇ ਇਹਨਾਂ ਮੁਲਕਾਂ 'ਚ ਆ ਗਏ ਆ, ਅਮਰੀਕਾ ਦੇ ਵਿੱਚ ਫਸਟ ਵਰਲਡ ਦੇ ਵਿੱਚ, ਅਸੀਂ ਕੋਈ ਦੁਨੀਆ ਨਾਲ ਬਹੁਤੇ ਸਮਾਰਟ, ਕੋਈ ਇੰਟੈਲੀਜੈਂਟ ਨਹੀਂ ਆ, ਠੀਕ ਹੈ। ਖੁਦਾ ਸਾਨੂੰ ਅਗਰ ਲੈ ਕਰ ਆਇਆ ਹੈ, ਖੁਦਾ ਨੇ ਅਗਰ ਸਾਨੂੰ ਵਸਾਇਲ ਦਿੱਤੇ ਨੇ ਔਰ ਖੁਦਾ ਸਾਨੂੰ ਗਿਫਟ ਦਿੱਤੇ ਨੇ, ਟੈਲੈਂਟਸ ਦਿੱਤੇ ਨੇ, there is a purpose behind that। we are invited, we are called to participate in God's kingdom। ਔਰ ਜਿਹੜਾ ਸਾਡਾ ਪ੍ਰੋਗਰਾਮ ਹੈ ਜਿਹੜਾ ਜ਼ਬੂਰਾਂ ਵਾਲਾ, ਇਹਦੇ ਵਿੱਚ ਅਸੀਂ ਕੀ ਕਰਨ ਰਹੇ ਹਾਂ, ਅਸੀਂ ਪਾਰਟਿਸਿਪੇਟ ਕਰ ਰਹੇ ਹਾਂ। ਖੁਦਾ ਆਲਰੇਡੀ ਕੰਮ ਕਰਨ ਰਿਹਾ ਵੇ ਡਿਜੀਟਲ ਸਪੇਸ ਦੇ ਵਿੱਚ, ਖੁਦਾ ਦੇ ਲੋਕ, ਖੁਦਾ ਦੇ ਖਾਦਮ ਆਲਰੇਡੀ ਮੌਜੂਦ ਨੇ, ਔਰ ਅਸੀਂ ਵੀ ਜਿਹੜਾ ਸਾਨੂੰ ਖੁਦਾ ਨੇ ਕੰਮ ਦਿੱਤਾ ਵੇ, ਅਸੀਂ ਵੀ ਉਹਨੂੰ ਲੈ ਕੇ ਤੇ ਖੁਦਾ ਦੇ ਲੋਕਾਂ ਦੇ ਨਾਲ ਮੌਜੂਦ ਹਾਂ। ਸੋ ਮੇਰੇ ਅਜ਼ੀਜ਼ੋ, ਅਸੀਂ ਵੇਖਦੇ ਹਾਂ ਪਏ ਕਿ ਅਸਾਂ ਪੂਰੇ ਜ਼ਬੂਰ 45 ਰਾਇਲ ਸਾਮ ਜਿਹੜਾ ਵੇ ਅੱਜ ਅਸਾਂ ਉਹਨੂੰ ਕਵਰ ਕੀਤਾ ਵੇ, ਔਰ ਉਹਦੇ ਵਿੱਚ ਜਿਹੜੀਆਂ ਅਸਾਂ ਚੀਜ਼ਾਂ ਵੇਖੀਆਂ, ਨੰਬਰ 1 ਜ਼ਬੂਰ ਇਹਦੀ ਜਿਹੜੀ ਨਬੂਵਤ ਦੀ ਤਕਮੀਲ ਹੈ ਖੁਦਾਵੰਦ ਯਿਸੂ ਮਸੀਹ 'ਚ ਹੋਈ ਹੈ। ਇਬਰਾਨੀਆਂ ਦੇ ਮੁਸੰਨਫ ਨੇ ਪਹਿਲੇ ਬਾਬ ਦੀ 8ਵੀਂ 9ਵੀਂ ਆਇਤ, ਔਰ ਮੁਕਾਸ਼ਫਾ ਦੀ ਕਿਤਾਬ ਦੇ ਮੁਸੰਨਫ ਨੇ 19ਵਾਂ ਬਾਬ ਦੇ ਵਿੱਚ ਬਰਰੇ ਦੀ ਸ਼ਾਦੀ ਦੀ ਜ਼ਿਆਫਤ ਜਿਹੜੀ ਹੈ ਉਹਦੇ ਵਿੱਚ ਡਰੈਸ ਦਾ ਜ਼ਿਕਰ ਹੈ। ਉਹਦੇ ਬਾਅਦ ਖੁਦਾ ਦੀ ਜਿਹੜੀ ਕਿੰਗਡਮ ਆ ਰਹੀ ਹੈ, ਉਹਦੇ ਵਿੱਚ ਜਿਹੜਾ ਖੁਦਾਵੰਦਾਂ ਦਾ ਖੁਦਾਵੰਦ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਆ ਰਿਹਾ ਵੇ, ਉਹਦੇ ਮੂੰਹ 'ਚੋਂ 2 ਧਾਰੀ ਤਲਵਾਰ ਨਿਕਲਣ ਰਹੀ ਹੈ, ਔਰ ਉਹਦੀ ਰਾਨ ਤੇ ਉਹਦਾ ਨਾਂ ਲਿਖਿਆ ਹੋਇਆ ਕਲਾਮੇ ਖੁਦਾ। ਔਰ ਅਸੀਂ ਵੇਖਦੇ ਕਿ ਦੇ ਆਰ ਥੀਮ, ਜਿਹੜਾ ਕੋਰਟ ਰੂਮ ਹੈ, ਥਰੋਨ ਰੂਮ ਹੈ ਖੁਦਾ ਦਾ,
ਉਹ ਜਿਹੜਾ ਵੇ ਉਹ ਅਸੀਂ ਵੇਖਦੇ ਹਾਂ ਕਿ ਉਹਦਾ ਪੂਰੀ ਤਸਵੀਰ ਕਸ਼ੀ ਜਿਹੜੀ ਹੈ ਉਹਦੇ ਵਿੱਚ ਕੀਤੀ ਗਈ ਹੈ। ਕਲੀਸਿਆ ਜਿਹੜੀ ਹੈ ਯਿਸੂ ਮਸੀਹ ਦੀ ਦੁਲਹਨ ਹੁੰਦਿਆਂ ਆ ਉਹਨੇ ਡਰੈਸ ਪਾਇਆ ਵੇ ਰਾਈਚਸਨੈਸ ਦਾ, ਰਾਸਤਬਾਜ਼ੀ ਦਾ, ਔਰ ਉਹ ਰਾਸਤਬਾਜ਼ੀ ਦਾ ਡਰੈਸ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਵੇ। ਔਰ ਮੇਰੇ ਅਜ਼ੀਜ਼ੋ ਸਾਡਾ ਕੰਮ ਹੈ ਵੇ ਕਿ ਬੀਇੰਗ ਅ ਕਲੀਸਿਆ ਹੁੰਦਿਆਂ ਆ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ, ਅਸੀਂ ਆਪਣੇ ਪੁਰਾਣੇ ਖਾਨਦਾਨ ਨੂੰ, ਪੁਰਾਣੇ ਯਾਰਾਂ ਦੋਸਤਾਂ ਨੂੰ ਔਰ ਸਾਰੇ ਉਹਨਾਂ ਗੱਲਾਂ ਨੂੰ ਜਿਹੜੇ ਸਾਨੂੰ ਖੁਦਾ ਤੋਂ ਦੂਰ ਲੈ ਜਾਂਦੇ ਨੇ, ਅਸੀਂ ਉਹਨਾਂ ਨੂੰ ਕੀ ਕਰੀਏ, ਭੁੱਲ ਜਾਈਏ, ਛੱਡ ਦਈਏ ਔਰ ਅਸੀਂ ਫਿਊਚਰ ਕਿੰਗਡਮ ਦੇ ਵਿੱਚ ਅਸੀਂ ਪਾਰਟਿਸਿਪੇਟ ਕਰੀਏ ਤਾਂ ਕਿ ਉਮਤਾਂ ਤੇ ਕੌਮਾਂ ਜਿਹੜੀਆਂ ਨੇ ਉਹ ਖੁਦਾ ਦੀ ਕੀ ਕਰਨ, ਸ਼ੁਕਰਗੁਜ਼ਾਰੀ ਕਰਨ। ਜਿਵੇਂ ਅੱਜ ਅਸੀਂ ਪੰਜਾਬੀ ਮਾਂ ਬੋਲੀ ਦੇ ਵਿੱਚ ਖੁਦਾ ਦੇ ਕਲਾਮ ਨੂੰ ਔਰ ਖੁਦਾ ਦੀ ਬਾਦਸ਼ਾਹੀ ਨੂੰ ਤੁਹਾਡੇ ਨਾਲ ਵੰਡਣ ਰਹੇ ਹਾਂ। ਤੁਸੀਂ ਵੀ ਇੰਝ ਹੀ ਇਹਨੂੰ ਅੱਗੇ ਜਾ ਕੇ ਵੰਡੋ ਤਾਂ ਕਿ ਉਮਤਾਂ ਤੇ ਕੌਮਾਂ ਜਿਹੜੀਆਂ ਨੇ ਖੁਦਾ ਦੀ ਬਾਦਸ਼ਾਹੀ ਚ ਆਉਣ। ਖੁਦਾਵੰਦ ਸਾਨੂੰ ਸਾਰਿਆਂ ਨੂੰ ਇਸ ਸ਼ਾਹੀ ਸ਼ਾਦੀ ਲਈ ਔਰ ਬਰਰੇ ਦੀ ਕਿੰਗਡਮ ਲਈ ਤਿਆਰ ਕਰੇ ਔਰ ਖੁਦਾ ਸਾਨੂੰ ਬਰਕਤ ਦੇਵੇ। ਆਮੀਨ ਆਮੀਨ। ਥੈਂਕ ਯੂ ਪਾਸਟਰ ਜੀ। ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਐਂਡ ਅੰਕਲ ਜੋਸ਼ੂਆ ਨੂੰ ਕਿ ਆਪਣੇ ਕਮੈਂਟਸ, ਆਪਣੇ ਕੁਐਸਚਨ ਸਾਰਿਆਂ ਨਾਲ ਸ਼ੇਅਰ ਕਰਨ। ਇਸ ਜ਼ਬੂਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਹਨ, ਪਰ ਇਸ ਦਾ ਜਿਹੜਾ ਮੈਨੂੰ ਇਸ ਦੇ ਵਿੱਚੋਂ ਆਇਤ ਚੰਗੀ ਲੱਗੀ ਹੈ ਉਹਦੀ 1 ਆਇਤ ਤੇ 2 ਆਇਤ ਜੋ ਕਵੀ ਨੇ ਆਪਣੇ ਵਿਚਾਰ ਪ੍ਰਭੂ ਦੇ ਲਈ ਰੱਖੇ ਆ। ਉਸਨੇ ਕਿਹਾ ਕਿ ਮੇਰੇ ਕੋਲ ਇੰਨੇ ਵਧੀਆ ਮੈਂ ਤੁਹਾਡੇ ਲਈ ਲਿਖਣਾ ਚਾਹੁੰਦਾ ਕਿ ਮੈਨੂੰ ਖੁਦਾਵੰਦ ਉਹ ਮੈਨੂੰ ਸ਼ਬਦ ਦੇ ਕਿ ਮੈਂ ਤੇਰੇ ਲਈ ਕੁਝ ਲਿਖਾਂ। ਉਸਨੇ ਉਹਦੇ ਵਿੱਚ ਪ੍ਰਭੂ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ ਔਰ ਉਸਦੀ ਸੱਚਾਈ ਨੂੰ ਬਿਆਨ ਕੀਤਾ ਹੈ ਔਰ ਉਸਨੇ ਕਿਹਾ ਕਿ ਮੇਰੇ ਕੋਲ ਬਹੁਤ ਕੁਝ ਹੈ ਕਿ ਮੈਂ ਪ੍ਰਭੂ ਦੇ ਲਈ ਲਿਖਾਂ। ਔਰ ਇਸਦੀ ਇੱਕ ਜਿਹੜੀ 17 ਆਇਤ ਹੈ ਉਹ ਵੀ ਮੈਨੂੰ ਬਹੁਤ ਵਧੀਆ ਲੱਗੀ, ਕਿਉਂਕਿ ਜਦੋਂ ਅਸੀਂ ਜਿਸ ਤਰ੍ਹਾਂ ਅਸੀਂ ਆਪਣੇ ਪੇਰੈਂਟਸ ਤੋਂ ਸੁਣਦੇ ਆਏ ਹਾਂ ਪ੍ਰਭੂ ਦੇ ਬਾਰੇ, ਪੁਰਾਣਾ ਨੇਮ ਅਸੀਂ ਪੜ੍ਹਦੇ ਹਾਂ, ਨਵਾਂ ਨੇਮ ਪੜ੍ਹਦੇ ਹਾਂ, ਇਸੇ ਤਰ੍ਹਾਂ ਹੁਣ ਜੋ ਜਨਰੇਸ਼ਨ ਹੈ ਜਿਹੜੀ ਸਾਡੀ, ਜਿਸ ਤਰ੍ਹਾਂ ਸਾਡੇ ਬੱਚੇ ਆ, ਯੰਗ ਯੂਥ ਆ, ਉਹਨਾਂ ਨੂੰ ਅਸੀਂ ਇਹ ਬਾਈਬਲ ਰੀਡ ਕਰਨ ਲਈ ਵੀ ਕਵਾਂਗੇ। ਖਾਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਬਾਈਬਲ ਰੀਡ ਕਰੋ। ਔਰ ਜਿਸ ਤਰ੍ਹਾਂ ਇਸ ਵਿੱਚ ਲਿਖਿਆ ਕਿ ਪੀੜ੍ਹੀਓ ਪੀੜ੍ਹੀ ਤੁਹਾਡੇ ਜਦੋਂ ਤੁਹਾਡੇ ਵਿੱਚ ਇਹ ਤੁਹਾਡੇ ਪੇਰੈਂਟਸ ਪੜ੍ਹਦੇ ਆ, ਜਿਸ ਤਰ੍ਹਾਂ ਸਾਡੇ ਪੇਰੈਂਟਸ ਪੜ੍ਹਦੇ ਸੀ, ਸਾਨੂੰ ਵੀ ਉਹਨਾਂ ਨੇ ਸਿਖਾਇਆ, ਅਸੀਂ ਬਾਈਬਲ ਦੇ ਵਿੱਚੋਂ ਪੜ੍ਹਦੇ, ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ। ਔਰ ਇਹ ਪ੍ਰਭੂ ਦਾ ਕੰਮ ਪੀੜ੍ਹੀਓ ਪੀੜ੍ਹੀ ਚੱਲਣਾ ਚਾਹੀਦਾ। ਇਹ ਆਇਤ 17 ਵੀ ਮੈਨੂੰ ਬਹੁਤ ਵਧੀਆ ਲੱਗੀ। Wonderful, Sister Jyoti, ਤੁਹਾਡੀ observation that is really ਮਤਲਬ remarkable। ਉਹਦੀ ਵਜ੍ਹਾ ਹੈ ਵੇ ਕਿ ਤੁਸੀਂ ਵੇਖੋਗੇ ਕਿ ਜਿਹੜਾ ਜ਼ਬੂਰ ਨਵੀਸ ਕਹਿੰਦਾ ਜੀ ਮੇਰੀ ਜ਼ੁਬਾਨ ਸਕਿਲਡ ਪੋਇਟ ਅੰਗਰੂ, ਕੋਈ ਅੰਨੇਵਾਹ, ਕੋਈ ਸੁੱਤਾ ਪਿਆ ਬੰਦਾ ਰਾਤ ਨੂੰ ਉੱਠਿਆ ਜੀ ਕਹੇ ਜੀ ਕਿ ਮੈਂ ਪਾਦਰੀ ਬਣ ਗਿਆ ਵਾਂ ਜਾਂ ਜਨਾਬ ਮੈਂ ਸ਼ਾਇਰ ਹੋ ਗਿਆ ਵਾਂ, ਮੈਂ ਆਪੇ ਬੋਤਲ, ਆਪੇ ਢੱਕਣ, ਆਪੇ ਸ਼ਰਬਤ ਹਾਂ, ਠੀਕ ਹੈ ਨਾ, ਮਤਲਬ ਸਾਰਾ ਕੁਝ ਮੈਂ ਆਪ ਹੀ ਕਰੀ ਆਉਣਾ, ਵਨ ਮੈਨ ਸ਼ੋ ਮੈਂ ਆਪ ਹੀ ਕਰੀ ਆਉਣਾ। ਨੋਟ, ਦੈਟਸ ਨੋਟ ਅ ਕੇਸ। ਮਤਲਬ ਫਸਟ ਆਫ ਆਲ ਅਸੀਂ ਵੇਖਦੇ ਹਾਂ ਕਿ ਜਿਹੜਾ ਤੁਹਾਨੂੰ ਜ਼ਿਕਰ ਕੀਤਾ ਵੇ ਬਨੀ ਕੋਰਾ, first of all they are a group of family. Number 2, they have been properly trained. Number 3, ਉਹਨੇ ਇਸ ਪੋਇਮ ਨੂੰ ਲਿਖਣ ਲਈ ਉਹਨੇ ਐਫਰਟ ਕੀਤੇ ਨੇ ਔਰ ਉਹਦੇ ਬਾਅਦ ਉਹਨੇ ਪ੍ਰੋਪਰ ਆਪਣੇ ਤੋਂ ਸੁਪੀਰੀਅਰ ਬੰਦੇ ਨੂੰ ਪ੍ਰੈਜ਼ੈਂਟ ਕੀਤਾ ਪਹਿਲਾਂ ਕਿ ਵੇਖ ਇਹਦੇ 'ਚ ਕੋਈ ਗਲਤੀ ਤੇ ਕੋਈ ਨਹੀਂ, ਮੈਂ ਕੋਈ ਗਲਤ ਚੀਜ਼ ਤੇ ਨਹੀਂ ਲਿਖ ਛੜੀ ਜਾਂ ਮੈਂ ਕੋਈ ਹੋਰ ਤੇ ਨਹੀਂ ਕੀਤਾ। ਸੋ ਇਹ ਬੜਾ ਅੱਛਾ ਥਾਟ ਹੈ ਕਿ ਵੇਖੋ ਜਦੋਂ ਅਸੀਂ ਤਿਆਰੀ ਦੇ ਨਾਲ ਸੀਨੀਅਰਸ, ਖੁਦਾ ਦੇ ਲੋਕ, ਜਿਹੜੇ ਬੁਲਾਏ ਗਏ ਲੋਕ ਨੇ, ਜਿਹੜੇ ਟ੍ਰੇਨਡ ਲੋਕ ਨੇ, ਜਦੋਂ ਅਸੀਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨਾ ਜਾਂ ਸੁਣਨਾ ਤਾਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਵੇ, ਰਾਦਰ ਦੈਨ ਕਿ ਅਸੀਂ ਐਵੇਂ ਕਿਸੇ ਬੰਦੇ ਦੇ ਕੋਲ ਰਾਹ ਚੱਲਦੇ, ਕਿਸੇ ਅਤਾਈ ਆਦਮੀ ਕੋਲੋਂ, ਜਿਵੇਂ ਹੁੰਦਾ ਨਾ ਸਾਡੇ ਕੋਲ ਕਈਆਂ ਲੋਕਾਂ ਦੇ ਪ੍ਰੋਪਰ ਡਾਕਟਰੇਟ ਪੜ੍ਹੀ ਹੁੰਦੀ ਹੈ, ਕਈਆਂ ਲੋਕਾਂ ਨੇ ਡਾਕਟਰ ਦੇ ਕੰਪਾਊਂਡਰ ਬਣ ਕੇ ਨਾ ਤਾਂ ਉਂਝ ਕਲੀਨਿਕਾਂ ਖੋਲੀਆਂ ਹੁੰਦੀਆਂ ਨੇ ਡਾਕਟਰ ਦੇ ਨਾਂ ਤੋਂ, ਡਾਕਟਰ ਮਰ ਵੀ ਗਿਆ ਹੁੰਦਾ, ਪਿੰਡਾਂ ਥਾਵਾਂ 'ਚ ਕਿਹੜਾ ਪੁੱਛਦਾ ਕੋਈ ਜਾ ਕੇ, ਠੀਕ ਹੈ ਨਾ, ਉਹਦੇ ਨਾਂ ਤੇ ਕੋਈ ਕਲੀਨਿਕ ਕੋ ਚਲਾਈ ਹੁੰਦੇ ਨੇ, ਕੋਈ ਨਾ ਪੁੱਛਣ ਵਾਲਾ ਨਾ ਗੱਲ ਨਾ ਬਾਜੀ, ਜਿਹਨੂੰ ਮਰਜ਼ੀ ਟੀਕਾ ਠੋਕ ਖੜਿਆ, ਜਿਹਨੂੰ ਮਰਜ਼ੀ ਕੈਪਸੂਲ ਦੇ ਖੜਿਆ, ਜਿਹਨੂੰ ਮਰਜ਼ੀ ਜੋ ਮਰਜ਼ੀ ਕਰ ਦਿੱਤਾ, ਠੀਕ ਹੈ ਨਾ। So that's the same thing with our soul, with our where we are getting our soul food, ਖੁਦਾ ਦਾ ਕਲਾਮ ਸਾਨੂੰ ਕਿੱਥੋਂ ਮਿਲਦਾ ਵੇ। So that's very important point ਜਿਹੜਾ ਤੁਸੀਂ ਰੇਜ਼ ਕੀਤਾ ਵੇ, how we relate ourselves, ਅਸੀਂ ਜਦੋਂ ਫੈਲੋਸ਼ਿਪ ਕਰਨੇ ਆ ਲੋਕਾਂ ਦੇ ਨਾਲ ਜਾਂ ਖਾਦਮਾਂ ਦੇ ਨਾਲ, what kind of leadership we are following, what kind of a training we are getting, what kind of food we are giving to our soul. So that's very important. Thank you ਜੀ। ਅੰਕਲ ਜੋਸ਼ੂਆ। ਮੇਰਾ ਵੀ ਇਹੋ ਹੀ ਸੀ ਵੀ ਜਿਸ ਤਰ੍ਹਾਂ ਕਈ ਵਾਰੀ ਖੁਦਾ ਖਿਆਲ ਦਿੰਦਾ ਲਿਖਣ ਦੇ ਲਈ ਤੇ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਵੀ ਜੋ ਉਹਨੇ ਗਾਈਡ ਕਰਦਾ, ਮੈਂ ਤਾਂ ਹਮੇਸ਼ਾ ਲਿਖਣ ਤੋਂ ਪਹਿਲਾਂ ਜਾਂ ਜੋ ਮੇਰੇ ਦਿਮਾਗ ਦੇ ਵਿੱਚ ਖੁਦਾ ਪਾਉਂਦਾ ਉਹਦੇ ਲਈ ਮੈਂ ਦੁਆ ਮੰਗਦਾ ਜਾਂ ਮੈਂ ਉਸ ਚੀਜ਼ ਨੂੰ ਮੈਂ ਲੱਭਦਾ ਵੀ ਮੈਂ ਬਾਈਬਲ ਦੇ ਵਿੱਚੋਂ ਕਿੱਥੋਂ ਉਸ ਚੀਜ਼ ਨੂੰ ਲਵਾਂ। ਥੋੜੇ ਮਹੀਨੇ ਹੋਏ ਮੇਰੇ ਦਿਮਾਗ ਦੇ ਵਿੱਚ ਖੁਦਾ ਵੱਲੋਂ ਇੱਕ ਖਿਆਲ ਆਇਆ ਕਿ 2 ਗਵਾਹ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਮੈਂ ਲਿਖਾਂ।
ਪਰ ਉਹ ਮੈਂ ਕਾਫੀ ਲੋਕ ਖਾਦਮਾਂ ਨੂੰ ਮੈਂ ਪੁੱਛਿਆ ਕਿ ਵੀ ਉਹਨਾਂ ਦੇ ਬਾਰੇ ਚ ਕਿਹੜੇ ਨੇ, ਏਲੀਆ ਵਾ ਜਾਂ ਮੂਸਾ ਨੇ ਜਾਂ ਹਨੂਕਾ ਜਾਂ ਏਲੀਆ। ਮਗਰ ਇਹ ਆ ਵੀ ਕੋਈ ਵੀ ਆਪਣਾ ਜਿਹੜਾ ਇੱਕ ਉਹਦਾ ਆਨਸਰ ਹੈ ਨਾ ਉਹ ਨਹੀਂ ਦਿੰਦਾ, ਉਹ ਖਿਆਲ ਹੀ ਦੱਸ ਦਿੰਦੇ ਵੀ ਮੇਰੇ ਖਿਆਲ ਚ ਆ ਚੀਜ਼ ਹੈ। ਕੋਈ ਕਹਿ ਦਿੰਦਾ ਮੇਰੇ ਖਿਆਲ ਚ ਆ ਚੀਜ਼ ਹੈ। ਤੇ ਮਗਰ ਇਹ ਆ ਵੀ ਮੈਨੂੰ ਜੋ ਖੁਦਾ ਵੱਲੋਂ ਹਿਦਾਇਤ ਹੋਈ ਜਾਂ ਖੁਦਾ ਨੇ ਜੋ ਮੇਰੇ ਮਨ ਦੇ ਵਿੱਚ ਪਾਇਆ ਹੋਇਆ ਆ ਵੀ ਮੂਸਾ ਤੇ ਏਲੀਆ ਨੂੰ ਮੈਂ ਪ੍ਰੈਫਰ ਕੀਤਾ। ਇਹ ਸੇਮ ਇਹੋ ਹੀ ਚੀਜ਼ ਹੈ, ਮਤਲਬ ਕਿ ਜੋ ਵੀ ਤੁਸੀਂ ਲਿਖਦੇ ਹੋ ਜਾਂ ਇਹਦੇ ਵਿੱਚ ਜੋ ਲਿਖਣ ਵਾਲਾ ਜੋ ਹੈ ਵਾ ਜਿਹਨੇ ਇਸ ਗੀਤ ਨੂੰ ਲਿਖਿਆ, ਉਹਦੇ ਵੀ ਮਨ ਦੇ ਵਿੱਚ ਜੋ ਕੋਈ ਖਿਆਲ ਹੋਣਗੇ ਉਹਨੇ ਉਹਨੂੰ ਉਹਨਾਂ ਚੀਜ਼ਾਂ ਨੂੰ ਇਹਦੇ ਚ ਦਰਸਾਇਆ। Wonderful, great. Okay ji, let's go to the next generation. Okay. ਮੈਨੂੰ ਇਸ song ਵਿੱਚੋਂ 2-3 ਆਇਤਾਂ ਪਸੰਦ ਆਈਆਂ, ਸੋ ਇੰਗਲਿਸ਼ ਚ ਦੱਸਾਂਗੀ। ਸੋ ਬਿਗਿਨਿੰਗ ਵਿੱਚ ਜਿਹਦਾ ਲਿਖਿਆ you are the most excellent of men, ਕਿ ਕੋਈ ਵੀ ਉਹ ਵਰਡਸ ਇਸਤੇਮਾਲ ਕਰ ਸਕਦੇ ਆ, ਪਰ ਉਹਨਾਂ ਨੇ ਕਿ ਤੁਸੀਂ most excellent ਆ ਸਾਰੇ ਬੰਦਿਆਂ ਵਿੱਚੋਂ, since God has blessed you. And ਇੱਕ ਹੋਰ ਆਇਤ ਵਿੱਚ ਲਿਖਿਆ ਆ ਕਿ let the nations fall beneath your feet. And then ਤੀਸਰੀ ਆਇਤ ਵਿੱਚ God has set you above your companions by anointing you. So ਇਹਨਾਂ ਤਿੰਨਾਂ ਆਇਤਾਂ ਵਿੱਚ ਆਹੀ theme ਰਹੀ ਆ ਕਿ God has set us apart from the others. ਉਹਨਾਂ ਦਾ ਮਸਾ, ਉਹਨਾਂ ਦੀ blessing ਸਾਡੇ ਲਈ ਰਹਿਮਤਾਂ ਆ ਜੋ ਉਹ ਸਾਨੂੰ ਬਾਕੀਆਂ ਨਾਲੋਂ ਅਲੱਗ ਰੱਖਦੀਆਂ ਆ। So ਮੈਨੂੰ ਆਇਤਾਂ ਇਸ ਕਰਕੇ ਵਧੀਆ ਲੱਗਣ। This is really, or this is a perfect message in the world where we are in a competition, when we are with our co-workers, with our classmates, colleagues, when we are living in this country where everything is in a competition and we are running behind all these status and careers and all this stuff. And this psalmist actually remind us that our blessings and our status, our career, it could be excel beyond everybody. Why? The reason is not that because we are more intelligent people. The reason is that because God has blessed us, God has favored us, God's hand is upon us. So that's powerful image, and we need to convey that to everybody, that you don't need to run behind these things. Kalam vich likhya hai कि सरफराजी जिहड़ी है ਉਹ ਨਾ ਤਾਂ ਮਸ਼ਰਕ ਵੱਲੋਂ ਆਉਂਦੀ ਹੈ ਨਾ ਮਗਰਬ ਵੱਲੋਂ, ਬਲਕਿ ਕਿਧਰੋਂ ਆਉਂਦੀ ਹੈ? ਖੁਦਾ ਵੱਲੋਂ ਆਉਂਦੀ ਹੈ। ਖੁਦਾ ਵੱਲੋਂ। That's powerful message. Okay ji, Christina, anything? ਇੱਕ ਆਇਤ ਮੈਨੂੰ ਚੰਗੀ ਲੱਗੀ ਸੀ, verse 5 says, let your sharp arrows pierce the hearts of the king's enemies, let the nations fall beneath your feet. ਮਤਲਬ adding on ਵੀ ਖੁਦਾ ਜਦੋਂ ਤੁਹਾਡੇ ਨਾਲ ਹੈ ਤੁਸੀਂ ਕੁਝ ਵੀ ਆਪਣੇ ਹਾਸਲ ਕਰ ਸਕਦੇ ਹੋ, goals and hopes and dreams. Wonderful, thank you for reminding. So ਜਿਹੜੇ ਵੇਖਣ ਵਾਲੇ ਲੋਕ ਵੀ ਨੇ, ਸੋ ਤੁਸੀਂ ਵੇਖਿਆ ਵੇ ਕਿ ਅਸੀਂ ਤਿੰਨੇ ਹੀ ਜਨਰੇਸ਼ਨਸ ਨੂੰ ਐਡ ਕੀਤਾ ਵੇ, ਔਰ ਜਿਵੇਂ ਮੈਨੂੰ ਅੱਜ ਸਿਸਟਰ ਅੰਕਲ ਜੋਸ਼ਵਾ ਤੁਸੀਂ ਦੱਸ ਰਹੇ ਹੋ ਕਿ ਸਿਸਟਰ ਜਯੋਤੀ ਦੱਸ ਰਹੇ ਹਨ ਕਿ ਤੁਹਾਡੇ ਹੋਰ ਵੀ ਰਿਸ਼ਤੇਦਾਰ ਐਡ ਹੋਣਾ ਚਾਹੁੰਦੇ ਨੇ ਸਾਡੀ ਇਸ ਕਨਵਰਸੇਸ਼ਨ ਦੇ ਵਿੱਚ, ਪ੍ਰੋਗਰਾਮ ਦੇ ਵਿੱਚ। ਹਾਂਜੀ, ਮੈਂ ਕਹਿ ਰਿਹਾ ਸੀ ਉਹ ਕਹਿੰਦੇ ਵੀ ਹਾਂਜੀ ਕੀ ਕਹਿ ਰਹੇ ਹਨ ਉਹ? ਵੀ ਬੋਸਟਨ ਤੋਂ ਕਹਿ ਰਹੀ ਸੀ ਵੀ ਜਿਹੜਾ ਲਿੰਕ ਆ ਜੇ ਤੁਸੀਂ ਉਸ ਤਰ੍ਹਾਂ ਉਹਨੂੰ ਕਰੋ, ਓਪਨ ਕਰੋ ਓਪਨਲੀ, ਵੀ ਕੋਈ ਵੀ ਜੁਆਇਨ ਕਰ ਸਕਦਾ। ਹਾਂਜੀ, ਅਸੀਂ ਉਹੀ ਆਖਿਆ, ਮੈਂ ਕਿਹਾ ਵੀ ਫੇਸਬੁੱਕ ਤੇ ਲਾਈਵ ਹੈਗਾ, ਤੂੰ ਸੁਣ ਸਕਦੀ। ਹਾਂਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨੂੰ ਓਪਨ ਕਰੀਏ ਪਬਲਿਕ ਲਈ ਵੀ, ਲੇਕਿਨ ਅਸੀਂ ਪਹਿਲਾਂ ਚਾਹ ਰਹੇ ਹਾਂ ਕਿ ਪਹਿਲਾਂ ਅਸੀਂ ਜਿਹੜਾ ਆਪਣਾ ਪਾਰਟ 2 ਹੈ ਨਾ ਜ਼ਬੂਰਾਂ ਵਾਲਾ, ਉਹ ਅਸੀਂ ਸੇਮ ਪੈਟਰਨ ਤੇ ਪਹਿਲਾਂ ਖਤਮ ਕਰੀਏ ਤਾਂ ਕਿ ਸਾਨੂੰ ਆਈਡੀਆ ਹੋਏ ਕਿ ਅਸੀਂ ਇਹਨੂੰ ਕਿਵੇਂ ਕਰ ਸਕਦੇ ਹਾਂ। ਐਂਡ ਦੈਨ ਵੀ ਵਿਲ ਡਿਸਕਸ। ਜਿਹੜੇ ਆਨਲਾਈਨ ਕਮਿਊਨਿਟੀ ਸਾਡੇ ਨਾਲ ਸ਼ਾਮਲ ਹੋਣਾ ਚਾਹੀਦੀ ਸੇਮ ਟਾਈਮ ਦੇ ਵਿੱਚ, ਅਗਰ ਇਫ ਦੇ ਵੁੱਡ ਲਾਈਕ ਟੂ ਸਟੈਪ ਇਨ ਅ ਪ੍ਰੋਗਰਾਮ, so we would definitely open that sometime. ਲੇਕਿਨ ਫਿਲਹਾਲ ਸਾਨੂੰ ਅਸੀਂ ਆਪ ਐਕਸਪੈਰੀਮੈਂਟ ਕਰ ਰਹੇ ਹਾਂ। ਸੋ ਤੁਹਾਨੂੰ ਪਤਾ ਐਕਸਪੈਰੀਮੈਂਟ ਜਿਹੜਾ ਵੀ ਉਹ ਜਾਂ ਤਾਂ ਅੱਛਾ ਹੋ ਜਾਂਦਾ, ਜਾਂ ਕਾਮਯਾਬ ਹੋ ਜਾਏਗਾ ਜਾਂ ਨਾਕਾਮ ਹੋ ਜਾਏਗਾ। ਠੀਕ ਹੈ, so we are trying and putting everything in God's hand. ਜੀ, thank you very much ਜੀ। ਖੁਦਾ ਵੱਲੋਂ ਇਹ ਤੇ ਖੁਦਾ ਵੱਲੋਂ ਆ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਵਾ, ਇਹਦੇ ਵਿੱਚ ਖੁਦਾ ਦੀ ਵੀ ਰਜ਼ਾਮੰਦੀ ਹੈ ਤੇ ਸਾਡੀ ਵੀ ਰਜ਼ਾਮੰਦੀ ਹੈ। ਬਿਲਕੁਲ ਬਿਲਕੁਲ, ਇਸ ਕਰਕੇ ਕਾਮਯਾਬ ਹੋਏਗਾ ਜ਼ਰੂਰ।
ਮੇਰੀ ਤੇ ਇਹੋ ਹੀ ਦੁਆ ਵਾ ਆਮੀਨ ਨੂੰ ਆਮੀਨ ਕਾਮਯਾਬ ਕਰੇਗਾ ਔਰ ਲੋਕੀ ਆਉਣਗੇ ਸੁਣਨਗੇ ਤੇ ਉਹਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲਣਗੇ। ਥੈਂਕ ਯੂ ਜੀ ਓਕੇ ਹੁਣ ਦੇਖੋ ਅੱਜ ਇੱਕ ਵੱਧ ਗਈ, ਕ੍ਰਿਸਟੀਨਾ ਆ ਗਈ ਸਾਡੇ ਨਾਲ, ਵਾਧਾ ਹੋ ਗਿਆ ਨਾ। ਹਾਂ ਬਿਲਕੁਲ ਹੋ ਗਿਆ। ਪਹਿਲਾਂ ਅਸੀਂ 3 ਜਣੇ ਸੀ, ਪਹਿਲਾਂ 3 ਹੀ ਸੀ, ਫਿਰ ਚੌਥਾ ਐਂਜਲ ਆ ਗਈ, ਫਿਰ ਅੱਜ ਦੇਖੋ ਵਾਧਾ ਹੋ ਗਿਆ। ਅੰਕਲ ਜੀ ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਲਤੀਫਾ ਯਾਦ ਆ ਗਿਆ ਪੰਜਾਬੀ ਦਾ। ਉਹ ਨਾ ਕੋਈ ਗੁਰੂ ਸੀ ਤੇ ਉਹਦੇ ਨਾ ਪਹਿਲਾਂ ਚੇਲੇ ਥੋੜੇ ਹਨ, ਬਾਅਦ ਚੋਂ ਚੇਲੇ ਵੱਧ ਗਏ ਤੇ ਉਹ ਇੱਕ ਚੇਲਾ ਜਿਹੜਾ ਇੰਚਾਰਜ ਸੀ ਕਹਿਣ ਲੱਗਾ ਗੁਰੂ ਜੀ ਚੇਲੇ ਵੱਧਦੇ ਜਾਂਦੇ ਨੇ, ਆਂਦਾ ਕੋਈ ਨਹੀਂ ਗੱਲ ਭੁੱਖੇ ਮਰਨਗੇ ਆਪੇ ਨੱਠ ਜਾਣਗੇ, ਭੁੱਖੇ ਮਰਨਗੇ ਆਪੇ ਚਲੇ ਜਾਣਗੇ। ਜਦ ਕਿ ਇੱਥੇ ਕੰਮ ਉਲਟਾ ਵੇ, ਇੱਥੇ ਕੰਮ ਉਲਟਾ ਵੇ, ਇੱਥੇ ਜਿੰਨੇ ਚੇਲੇ ਹੋਣਗੇ ਉਹ ਸਾਰੇ ਰੱਜੇ ਜਾਣਗੇ। ਰੱਜੇ ਜਾਣਗੇ। ਦੇਖੋ ਖੁਦਾ ਦੇ ਕਲਾਮ ਦੀ ਭੁੱਖ ਹੋਣੀ ਚਾਹੀਦੀ ਹੈ ਤੁਹਾਡੇ 'ਚ, ਤਾਂ ਹੀ ਤੁਸੀਂ ਖੁਦਾ ਨੂੰ ਪਾਓਗੇ ਨਾ। ਕਹਿੰਦੇ ਨਾ ਸੀਕ ਹਿਮ ਫਸਟ, ਤੇ ਜੇ ਭੁੱਖ ਹੋਏਗੀ ਤੇ ਤਾਂ ਹੀ ਲੱਭੋਗੇ ਨਾ, ਤੇ ਜੇ ਭੁੱਖ ਹੀ ਨਹੀਂ ਹੈ, ਇੱਥੇ ਨਹੀਂ ਹੈ, ਤੇ ਫਿਰ ਤੁਸੀਂ ਕੀ ਲੱਭੋਗੇ? ਬਿਲਕੁਲ ਠੀਕ, ਬਿਲਕੁਲ ਫਿਰ ਤਾਂ ਟੱਕਰਾਂ ਮਾਰਨ ਵਾਲੀ ਗੱਲ। ਓਕੇ ਜੀ, ਓਵਰ ਟੂ ਆਵਰ ਹੋਸਟ ਜੀ। ਹਾਂਜੀ, thank you Pastor ਜੀ, ਇਸ reflection really and scripture readings ਲਈ। So and ਮੈਂ ਧੰਨਵਾਦ ਕਰਦੀ ਹਾਂ ਜੋ ਸਾਡੇ ਨਾਲ ਸਾਰੇ viewers ਸ਼ਾਮਿਲ ਹੋਏ ਆ। ਸਾਡਾ next episode ਕੱਲ ਰਾਤ ਨੂੰ ਇਸੇ ਵਕਤ ਸ਼ੁਰੂ ਹੋਏਗਾ and ਅਸੀਂ ਕੱਲ ਜ਼ਬੂਰ 46 ਵਿੱਚ ਜਾਵਾਂਗੇ। ਸਾਡੀ ਸੀਰੀਜ਼ ਦਾ ਮਕਸਦ ਹੈ ਕਿ ਅਸੀਂ ਕਲਾਮ ਨੂੰ ਪੜ੍ਹ ਕੇ ਉਸ ਨੂੰ ਸਮਝੀਏ ਤੇ ਉਸ ਤੇ ਚੱਲਣ ਵਾਲੇ ਬਣੀਏ। ਸੋ ਕੱਲ ਅਸੀਂ ਤੁਹਾਡੇ ਨਾਲ ਫਿਰ ਇਸੇ ਟਾਈਮ ਨਾਲ ਮਿਲ ਕੇ ਪੰਜਾਬੀ ਵਿੱਚ ਜ਼ਬੂਰਾਂ ਦੀ ਸਟੱਡੀ ਕਰਾਂਗੇ। ਥੈਂਕ ਯੂ। ਥੈਂਕ ਯੂ, ਗੋਡ ਬlesਸ ਯੂ। ਥੈਂਕ ਯੂ।